ਮਹਾਰਾਜਾ ਰਣਜੀਤ ਸਿੰਘ ਦੇ ਇੱਕ ਮਾਸੂਮ ਛੋਟੇ ਬੱਚੇ ਨੂੰ ਦਲੀਪ ਸਿੰਘ ਨੂੰ ਈਸਾਈ ਬਣਾ ਕੇ ਇੰਗਲੈਂਡ ਲੈ ਜਾਂਦੇ ਨੇ। ਕਿਵੇਂ ਉਹਨਾਂ ਦੇ ਈਸਾਈ ਮਿਸ਼ਨਰੀ ਉਹ ਬਟਾਲਾ ਹੋਏ ਅਜਨਾਲਾ ਹੋਏ ਆਪਣੇ ਮਿਸ਼ਨ ਖੋਲਦੇ ਨੇ ਦਰਬਾਰ ਸਾਹਿਬ ਦੇ ਬਾਹਰ ਆ ਕੇ, ਜਿੱਥੇ ਅੱਜ ਅਸੀਂ ਘੰਟਾ ਘਰ ਜੀ ਦੀ ਸ਼ੇਪ ਦੇਖੋ, ਉਸ ਤੋਂ ਪਹਿਲਾਂ ਉੱਥੇ ਉਹ ਉਹਨਾਂ ਦੇ ਪਾਦਰੀ ਆ ਕੇ ਬਹਿ ਜਾਂਦੇ ਨੇ। ਜਿਵੇਂ ਅੱਜ ਵੀ ਪੰਜਾਬ ਦੇ ਵਿੱਚ ਉਹ ਇਹਨਾਂ ਪਾਦਰੀਆਂ ਦਾ ਕੰਮ ਹੋਏ ਜਾਂ ਹਿੰਦੂ ਤਵੀਆਂ ਦਾ ਹੋਏ, ਕਿਉਂਕਿ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਆ, ਉਸ ਕਿਸਮ ਦਾ ਦੌਰ ਦੌਰਾ ਚੱਲ ਰਿਹਾ। ਗੁਜਰਾਤ ਦੇ ਵਿੱਚ ਇੱਕ ਸ਼ਰਾਰਤੀ ਪੈਦਾ ਹੁੰਦਾ ਹੈ ਸਵਾਮੀ ਦਯਾਨੰਦ, ਜਿਹੜਾ ਸਤਿਆਰਥ ਪ੍ਰਕਾਸ਼ ਵੀ ਲਿਖਦਾ ਹੈ, ਤੇ ਪੰਜਾਬ ਦੇ ਵਿੱਚ ਆ ਕੇ ਸ਼ਹਿਰੀ ਹਿੰਦੂ ਜਿਹੜੇ ਨੇ ਲਹਿੰਦੇ ਪੰਜਾਬ ਦੇ ਖਾਸ ਕਰ ਉਹ ਆਰੀਆ ਸਮਾਜੀ ਹੋ ਜਾਂਦੇ ਨੇ। ਔਰ ਆਰੀਆ ਸਮਾਜ ਦਯਾਨੰਦ ਉਹ ਹੈ ਜਿਹੜਾ ਸਿੱਖ ਧਰਮ, ਇਸਲਾਮ, ਈਸਾਈਅਤ ਸਭ ਦੇ ਖਿਲਾਫ ਜ਼ਹਿਰ ਉਗਲਦਾ ਹੈ। ਉਹਨਾਂ ਦਾ ਦੌਰ ਹੈ। ਪਹਿਲੀ ਸੈਂਸਸ ਸ਼ਾਇਦ 1881 ਚ ਹੁੰਦੀ ਹੈ, ਔਰ 10 ਸਾਲ ਦੇ ਬਾਅਦ ਹਾਲਾਤ ਇਹ ਨੇ, ਇਸ ਕਦਰ ਗਿਰਾਵਟ ਹੈ ਕਿ ਉਹਨਾਂ ਦੇ ਜਿਹੜੇ ਐਕਸਪਰਟ ਨੇ ਕਹਿੰਦੇ ਨੇ ਕਿ ਜਿਸ ਤੇਜ਼ੀ ਨਾਲ ਸਿੱਖ ਧਰਮ ਦਾ ਨਾਸ ਹੋ ਰਿਹਾ, ਅਗਲੀ ਸੈਂਸਸ ਤੱਕ ਪਹੁੰਚਦੇ ਆ ਸਿੱਖ ਖਾਤੇ ਦੀ ਲੋੜ ਨਹੀਂ ਰਹੇਗੀ। ਭਾਈ ਦਿੱਤ ਸਿੰਘ ਜਿਨ੍ਹਾਂ ਦੀ ਉਮਰ ਲਗਭਗ 51 ਸਾਲ ਹੈ, 21 ਅਪ੍ਰੈਲ 1850 ਨੂੰ। ਔਰ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ, ਅੱਜ ਐਮਪਾਵਰਮੈਂਟ, ਦਲਿਤ ਐਮਪਾਵਰਮੈਂਟ ਦੀ ਗੱਲ ਹੁੰਦੀ ਹੈ, ਦੂਸਰਾ ਹੁੰਦਾ ਹੈ ਜ਼ਾਤ ਪਾਤ ਨਾਲ ਲੜਨ ਦੀ ਗੱਲ ਹੁੰਦੀ ਹੈ। ਭਾਈ ਦਿੱਤ ਸਿੰਘ ਉਸ ਹੰਬਲ ਬੈਕਗਰਾਉਂਡ ਚੋਂ ਜਿਨ੍ਹਾਂ ਦੇ ਲਈ ਲਫ਼ਜ਼ ਦਲਿਤ ਇਸਤੇਮਾਲ ਕੀਤਾ ਜਾਂਦਾ ਹੈ, ਸੋ ਉਹਨਾਂ ਦੇ ਲਈ ਦੋਹਰੇ ਤੇਰੇ ਚੈਲੰਜ ਸਨ। ਇੱਕ ਪਾਸੇ ਤਾਂ ਦੁਸ਼ਮਣ ਦੇ ਨਾਲ ਹੈ ਹੀ ਸੀ, ਉਹ ਦਯਾਨੰਦ ਹੋਏ ਸਵਾਮੀ, ਉਹ ਸ਼ਰਧਾ ਰਾਮ ਫਲੋਰੀ, ਸਨਾਤਨੀ ਹੋਣ, ਬੇਦੀ ਸੋਢੀ ਬਾਬੇ ਜਿਹੜੇ ਉੱਚੀਆਂ, ਕਿ ਉਹਨਾਂ ਨੂੰ ਹੀਣੇ ਜਾਤ ਦਾ ਹੋਣ ਕਰਕੇ ਜਿਹੜੀਆਂ ਸਿੱਖਾਂ ਦੇ ਵਿੱਚ ਵੀ ਬੈਠੇ ਹੋਏ ਇਸ ਕਿਸਮ ਦੇ ਜ਼ਾਤ ਅਪਮਾਨੀ ਲੋਕ ਸੀ, ਉਹ ਕਿਵੇਂ ਉਹਨਾਂ ਦਾ ਨਿਰਾਦਰ ਕਰਦੇ ਸੀ। ਕਿ ਕਿਵੇਂ ਜਿਵੇਂ ਉਹਨਾਂ ਨੇ ਉਸ ਪੀਰੀਅਡ ਦੇ ਸਿੱਖਾਂ ਦਾ ਜ਼ਿਕਰ ਕੀਤਾ ਤਾਂ ਉਹਨਾਂ ਦਾ ਇੱਕ ਕਵਿਤ ਹੈ ਕਿ ਕਿਸ ਟਾਈਪ ਦੀ ਸੋਚਣੀ ਹੈ। ਉਹਨਾਂ ਕਿਹਾ ਕਿ ਵੀ ਇਹ ਸਾਰੇ ਕੀ ਨੇ, ਕੁਛ ਤਾਂ ਜਿਹੜੇ ਨੇ ਅੰਨ ਕਿਲੋ ਅੰਨ ਦੋ ਸੇਰ ਅੰਨ ਖਾਣ ਵਾਲੇ ਹੀ ਨੇ, ਉਹ ਅੰਨ ਵਾਲੇ ਸਿੱਖ ਹੀ ਨੇ, ਉਸ ਤੋਂ ਬਿਨਾਂ ਉਹਨਾਂ ਨੂੰ ਕੁਛ ਨਹੀਂ। ਕੁਛ ਧਨ ਦੇ ਜਿਹੜੇ ਪੈਸੇ ਦੇ ਮਗਰ ਪਏ ਹੋਏ ਨੇ, ਪੈਸੇ ਦੇ ਖੱਟੂ, ਪਹਾੜਾਂ ਵਾਲੀ ਰੰਨ ਦੇਵੀ ਦੇ ਪੁਜਾਰੀ, ਕੋਈ ਵੈਸ਼ਨੋ ਦੇਵੀ ਚੜ ਗਿਆ, ਕੋਈ ਚਿੰਤਪੁਰਨੀ ਚੜ ਗਿਆ, ਕੋਈ ਜਵਾਲਾ ਜੀ ਪਹਾੜਾਂ ਵਾਲੀ ਰੰਨ, ਕਿ ਉਹਨਾਂ ਦੇ ਕੁਛ ਢੋਲ ਢਮਾਕਾ ਸਰਵਰ ਦਾ, ਨਗਾਈਆ ਪੀਰ ਦੇ ਜਿਹੜੇ ਫਾਲੋਅਰ ਸਰਵਰ ਦੇ, ਕੁਝ ਹਿੜਵਸ ਬਾਬੇ ਨਾਨਕ ਦੀ ਗੱਲ ਤਾਂ ਉਹ ਹਿੜਵਸ ਵਾਂਗ ਹੈ। ਹੁਣ ਉਸ ਸਾਰੇ ਚੋਂ ਉਹਨਾਂ ਨੇ ਦੇਖਿਆ ਕਿ ਵੀ ਸਭ ਤੋਂ ਵੱਡੀ ਕਮੀ ਐਜੂਕੇਸ਼ਨ ਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਸ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब, जी आया नु प्रोग्राम सच्चो सच विच बहुत शुक्रिया। जी राज साहब, आज 6 सितंबर 2021 22 भादो नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਹਮੇਸ਼ਾ ਤਰ੍ਹਾਂ ਆਪਾਂ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਸਵੰਤ ਸਿੰਘ ਹੋਠੀ ਜੀ ਆਰਾਂ ਵੱਲੋਂ। ਸੋ ਸਰਦਾਰ ਜਸਵੰਤ ਸਿੰਘ ਪਿਛਲੇ ਲਗਭਗ 35 ਵਰਿਆਂ ਤੋਂ ਪੰਥਕ ਖੇਤਰ ਵਿੱਚ ਸੇਵਾਵਾਂ ਜਿਹੜੇ ਨੇ ਉਹ ਨਿਭਾ ਰਹੇ ਨੇ। ਸੋ ਉਹ TV84 ਨਾਲ ਪਹਿਲੇ ਦਿਨ ਤੋਂ ਹੀ ਜੁੜੇ ਹੋਏ ਨੇ। ਸੋ ਉਹਨਾਂ ਦਾ ਸੁਨੇਹਾ ਹੈ ਕਿ ਸਿੱਖੀ ਕਦਰਾਂ ਕੀਮਤਾਂ ਅਨੁਸਾਰ ਅਸੀਂ ਇਮਾਨਦਾਰੀ ਨਾਲ ਪੰਥਕ ਪਿੜ ਵਿੱਚ ਵਿਚਰੀਏ। ਜੇ ਅਸੀਂ
ਪੰਥ ਦਾ ਕੁਝ ਸਵਾਰ ਨਹੀਂ ਸਕਦੇ ਤਾਂ ਵਿਗਾੜਨ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਾ ਕਰੀਏ। ਸੋ ਉਹਨਾਂ ਨੇ ਸੰਗਤਾਂ ਨੂੰ TV 84 ਦੀ ਆਰਥਿਕ ਮਦਦ ਲਈ ਕਿਹਾ ਹੈ ਔਰ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਉਹਨਾਂ ਨੇ ਸਾਨੂੰ ਸਪਾਂਸਰ ਕੀਤਾ, ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਔਰ ਤੁਹਾਨੂੰ ਵੀ ਅਸੀਂ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਕਰੰਟ ਇਸ਼ੂ ਨੇ ਔਰ ਜਿਹੜੇ ਵੀਕਐਂਡ ਦੇ ਇਸ਼ੂ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਅੱਜ ਪ੍ਰੋਗਰਾਮ ਦੇ ਸ਼ੁਰੂ ਵਿੱਚ ਗੱਲਬਾਤ ਕਰਾਂਗੇ ਦੋ ਮਹਾਨ ਜਿਹੜੇ ਸ਼ਹੀਦ ਨੇ, ਜਿਹੜੇ ਰੂਹਾਂ ਨੇ, ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਇੱਕ ਤੇ ਹੈਗੇ ਨੇ ਗਿਆਨੀ ਦਿੱਤ ਸਿੰਘ ਜੀ ਐਂਡ ਦੂਸਰੇ ਹੈਗੇ ਨੇ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਜੀ। ਸੋ ਜਿਹੜੇ ਕਿ ਅੱਜ ਦੇ ਦਿਨ 6 ਸਤੰਬਰ ਨੂੰ ਹੀ ਗੁਰਪੁਰੀ ਸਧਾਰੇ ਸਨ। ਸੋ ਭਾਈ ਦਿੱਤ ਸਿੰਘ ਜੀ 6 ਸਤੰਬਰ 1901 ਨੂੰ ਗੁਰਪੁਰੀ ਸਧਾਰੇ ਸਨ। ਸੋ ਜਦੋਂ ਕਿ ਇਨਸਾਨੀ ਹੱਕਾਂ ਦੇ ਅਲੰਬਰਦਾਰ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੂੰ 6 ਸਤੰਬਰ 1995 ਨੂੰ ਕੋ ਕੇ ਸ਼ਹੀਦ ਕੀਤਾ ਗਿਆ ਸੀ। ਸੋ ਅਸੀਂ ਇਹਨਾਂ ਦੋਨਾਂ ਮਹਾਨ ਸ਼ਹੀਦਾਂ ਦਾ ਜਿਹੜਾ ਸ਼ਖਸੀਅਤਾਂ ਦਾ ਜਿਹੜਾ ਯੋਗਦਾਨ ਹੈ ਅਤੇ ਜਿਹੜਾ ਉਹਨਾਂ ਦੀ ਕੁਰਬਾਨੀ ਹੈ ਉਹਨਾਂ ਅੱਗੇ ਆਪਣਾ ਸਜਦਾ ਕਰਦੇ, ਆਪਣਾ ਸਿਰ ਝੁਕਾਉਂਦੇ ਆ। ਸੋ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਕੀਤਾ ਜਾਏਗਾ। ਸੋ ਵਿਊਅਰਸ, ਹੁਣ ਅਸੀਂ ਆਪਣੇ ਜਿਹੜਾ ਮੇਨ ਇਸ਼ੂ ਹੈ ਉਸ ਵੱਲ ਮੁੜਦੇ ਹਾਂ ਕਿ ਜਿਸ ਦੀਆਂ ਜਿਹੜੀਆਂ ਸਾਰੀ ਦੁਨੀਆ ਦੀਆਂ ਜਿਹੜਾ ਫੋਕਸ ਹੈਗਾ ਉਹ ਅਫਗਾਨਿਸਤਾਨ ਤੇ ਹੈ। ਸੋ ਮੀਡੀਆ ਰਿਪੋਰਟਾਂ ਅਨੁਸਾਰ ਤਾਲਿਬਾਨ ਫੌਜ ਨੇ ਇੱਕੋ ਇੱਕ ਜਿਹੜਾ ਰਹਿੰਦਾ ਸੂਬਾ ਪੰਜਸ਼ੀਰ ਵੀ ਜਿਹੜਾ ਉਹ ਫਤਿਹ ਕਰ ਲਿਆ। ਸੋ ਉਹਨਾਂ ਵੱਲੋਂ ਬਕਾਇਦਾ ਸਰਕਾਰ ਦਾ ਭਾਵੇਂ ਕੋਈ ਵੀ ਐਲਾਨ ਨਹੀਂ ਕੀਤਾ ਗਿਆ, ਪਰ ਹੁਣ ਜਿਹੜਾ ਸਮੁੱਚਾ ਅਫਗਾਨਿਸਤਾਨ ਹੈ ਉਹਨਾਂ ਦੇ ਕੰਟਰੋਲ ਵਿੱਚ ਹੈ। ਸੋ ਜਿਸ ਬਾਰੇ ਕਿਸੇ ਨੂੰ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਸੋ UK ਦੇ ਫੌਜੀ ਮੁਖੀ ਜਨਰਲ ਨਿਕ ਨੇ BBC ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਤਾਲਿਬਾਨ ਸੰਬੰਧੀ ਸਾਰੇ ਹੀ ਗਲਤ ਸਾਬਤ ਜਿਹੜੇ ਹੋਏ ਨੇ, ਉਹਨਾਂ ਦੀ ਤੇਜ਼ੀ ਨਾਲ ਹੋਈ ਕਾਮਯਾਬੀ ਸਭ ਨੂੰ ਹੈਰਾਨ ਕਰ ਦੇਣ ਵਾਲੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਤੁਹਾਡਾ ਵੀ ਔਰ ਟੈਕਨੀਕਲ ਟੀਮ ਦਾ ਵੀ ਸ਼ੁਕਰੀਆ ਕਿ ਅੱਜ ਲੌਂਗ ਵੀਕਐਂਡ ਹੋਣ ਦੇ ਬਾਵਜੂਦ ਤੁਸੀਂ ਪ੍ਰੋਗਰਾਮ ਲਈ ਆਏ ਹੋ, ਕਿਉਂਕਿ ਇੰਨੇ ਅਹਿਮ ਇਸ਼ੂ ਚੱਲ ਰਹੇ ਨੇ ਸਾਰੇ ਪਾਸੇ, ਇਸ ਕਿਸਮ ਦੀਆਂ ਡਿਵੈਲਪਮੈਂਟਸ। ਔਰ ਅੱਜ 6 ਸਤੰਬਰ ਦਾ ਦਿਨ ਇੱਕ ਖਾਸ ਅਹਿਮੀਅਤ ਰੱਖਦਾ ਹੈ। ਜਿਵੇਂ ਤੁਸੀਂ ਦੋ ਮਹਾਨ ਰੂਹਾਂ ਦਾ ਜ਼ਿਕਰ ਕੀਤਾ, ਜੇ ਕਹਿਣਾ ਹੋਏ ਤੇ ਇੱਕ ਉਹਨਾਂ ਚੋਂ ਜ਼ਿੰਦਾ ਸ਼ਹੀਦ ਨੇ। ਜਦੋਂ ਅਸੀਂ ਜ਼ਿੰਦਾ ਸ਼ਹੀਦ ਕਹਿੰਦੇ ਹਾਂ ਤੇ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਭਾਰੀ ਔਕੜਾਂ ਦੇ ਬਾਵਜੂਦ, ਭਾਰੀ ਰੁਕਾਵਟਾਂ ਦੇ ਬਾਵਜੂਦ ਕੌਮ ਦੇ ਝੰਡੇ ਨੂੰ, ਕੌਮ ਦੇ ਪਰਚਮ ਨੂੰ ਬੁਲੰਦ ਰੱਖਿਆ। ਭਾਈ ਦਿੱਤ ਸਿੰਘ ਜਿਨ੍ਹਾਂ ਦੀ ਅੱਜ 120ਵੀਂ ਬਰਸੀ ਹੈ। 6 ਸਤੰਬਰ 1901 ਨੂੰ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਔਰ ਇਸੇ ਤਰ੍ਹਾਂ ਜੇ ਅਸੀਂ ਅਜੋਕੇ ਸੰਘਰਸ਼ ਦੇ ਉਹ ਯੋਧੇ ਜਿਨ੍ਹਾਂ ਦੀ ਜ਼ਿੰਦਗੀ, ਜਿਨ੍ਹਾਂ ਬਾਰੇ ਅਕਸਰ ਮੈਂ ਇਹ ਉਰਦੂ ਦਾ ਕਪਲੇਟ ਦੁਹਰਾਉਂਦਾ ਹੈ ਕਿ ਸ਼ਹੀਦ की जो मौत है वो कौम की हयात है, हयात तो हयात है, मौत भी हयात है। सरदार जसवंत सिंह खालड़ा इंसानी हक्कां दे पहरेदार, अलंबरदार, अणपछातियां हज़ारां अणपछातियां लाशां नूं पछाण देण वाले ते अखीर खुद भी ਅੱਜ ਦੇ ਦਿਨ 6 ਸਤੰਬਰ 1995 ਨੂੰ ਠੀਕ 26 ਸਾਲ ਪਹਿਲਾਂ ਜਿਨ੍ਹਾਂ ਨੂੰ ਇੱਕ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ ਹੈ, ਉਹਨਾਂ ਦੀ ਸ਼ਹਾਦਤ ਦਾ ਦਿਨ ਹੈ। ਔਰ ਅਸੀਂ ਇਹ ਸਮੁੱਚਾ ਪ੍ਰੋਗਰਾਮ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ, ਇਹਨਾਂ ਦੋਨਾਂ ਹੀ ਯੋਧਿਆਂ ਦੀ। ਮਿਸ਼ਨ ਲਈ, ਕੌਜ਼ ਲਈ ਜਿਉਣਾ ਵੀ ਜਿਹੜਾ ਹੈ ਉਹ ਸੌਖਾ ਨਹੀਂ ਹੈ, ਖਾਸ ਤੌਰ ਤੇ ਜਦੋਂ ਤੁਸੀਂ ਇੰਨੀਆਂ ਭਾਰੀਆਂ ਔਕੜਾਂ ਦੇ ਨਾਲ ਜੂਝ ਰਹੇ ਹੋਵੋ। ਉਹਨਾਂ ਦਾ ਜ਼ਿਕਰ ਅਸੀਂ ਕਰਾਂਗੇ, ਭਾਈ ਦਿੱਤ ਸਿੰਘ ਦੀ ਕੀ ਦੇਣ ਹੈ। ਔਰ ਭਾਈ ਜਸਵੰਤ ਸਿੰਘ ਖਾਲੜਾ ਉਹ ਤਾਂ ਇਸ ਵੇਲੇ ਇੱਕ ਇੰਟਰਨੈਸ਼ਨਲ ਫਿਗਰ ਦੇ ਤੌਰ ਤੇ ਮਨੁੱਖੀ ਹੱਕਾਂ ਦੇ ਇਤਿਹਾਸ 'ਚ ਇੱਕ ਉਹਨਾਂ ਨੇ ਉਹ ਅਜ਼ੀਮ ਥਾਂ ਬਣਾਈ ਹੈ ਜਿਸ ਦਾ ਕੋਈ ਪੈਰਲਲ ਨਹੀਂ ਹੈ। ਪਰ ਸਭ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਸਪਾਂਸਰ ਸਰ ਜਸਵੰਤ ਸਿੰਘ ਹੋਠੀ 1991 ਨਵੰਬਰ ਦੇ ਵਿੱਚ ਜਦੋਂ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਕੈਲੀਫੋਰਨੀਆ ਸੈਂਟਾ ਕਲੈਰਾ 1400 ਕਾਲਮੈਨ ਐਵਨਿਊ ਸੈਨ ਹੋਜ਼ੇ ਇੰਟਰਨੈਸ਼ਨਲ 에ਅਰਪੋਰਟ ਦੇ ਬਿਹਾਈਂਡ ਸ਼ੁਰੂ ਕੀਤਾ
ਤੇ ਸਭ ਤੋਂ ਪਹਿਲਿਆਂ 'ਚ ਜਿਹੜੇ ਉੱਥੇ ਆਏ ਵੀ ਔਰ ਪਹਿਲਾ ਕੰਪਿਊਟਰ ਜਿਹੜਾ ਇੰਸਟਾਲ ਕੀਤਾ ਗਿਆ ਉਹਨਾਂ ਵੱਲੋਂ ਸੀ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜੇ ਅਸੀਂ ਇਹ ਸਾਰੇ 30-35 ਸਾਲ ਦੇ ਮੈਂ ਸਫ਼ਰ ਨੂੰ ਦੇਖਾਂ ਤੇ ਉਹਨਾਂ 'ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਹਰ ਪੱਖ ਤੋਂ ਹੀ। ਪੂਰਾ ਹਿੱਕ ਤਾਣ ਕੇ ਖਲੋਣ ਵਾਲੇ ਔਰ ਬਹੁਤ ਵਧੀਆ ਆਰਗੇਨਾਈਜ਼ਰ ਨੇ। ਕਿਤੇ ਵੀ ਜਿੰਨੀ ਦੇਰ ਅਸੀਂ ਕੈਲੀਫੋਰਨੀਆ ਰਹੇ, ਜੇ ਅਸੀਂ ਪ੍ਰੋਟੈਸਟ ਕਿਤੇ ਰੱਖਿਆ ਤੇ ਜੇ 200 ਬੰਦਾ ਅਸੀਂ ਐਕਸਪੈਕਟ ਕਰਦੇ ਹਾਂ ਤਾਂ ਉਹਨਾਂ ਨੇ ਕਹਿਣਾ ਦੱਸੋ ਡਾਕਟਰ ਸਾਹਿਬ ਕਿੰਨੇ ਲੈ ਕੇ ਆਵਾਂ। ਮੇਰਾ ਹੋਣਾ ਕਿ ਜੀ ਚਲੋ 60-70 ਲੈ ਆਓ, ਨਹੀਂ ਕਹਿੰਦੇ ਸੀ ਮੇਰੇ 100 ਰੱਖ ਲਓ। ਔਰ ਉਹਨਾਂ ਨੇ ਜਿਵੇਂ ਵੈਨਾਂ ਦਾ ਬੱਸਾਂ ਦਾ ਪ੍ਰਬੰਧ ਕਰਨਾ ਆਪਣੇ ਰਿਸ਼ਤੇਦਾਰਾਂ ਚੋਂ ਜਾਣੂ ਪਛਾਣੂਆਂ ਚੋਂ, ਔਰ ਉਹਨਾਂ ਨੇ ਕਹਿਣਾ ਗਿਣ ਲਓ ਜੀ ਕਿੰਨੇ ਨੇ 5 ਵੱਧ ਹੋਣਗੇ ਘੱਟ ਨਹੀਂ ਹੈ। ਔਰ ਇਸੇ ਤਰ੍ਹਾਂ ਜਦੋਂ ਅਸੀਂ TV 84 ਜਿਹੜਾ ਦਸੰਬਰ 2012 ਦੇ ਵਿੱਚ ਸ਼ੁਰੂ ਕੀਤਾ, ਉਹਨਾਂ ਨੇ ਹਮੇਸ਼ਾ ਹੀ ਉਹਨਾਂ ਦਾ ਇਹ ਹੁੰਦਾ ਵੀ ਤੁਸੀਂ ਸਾਨੂੰ ਪੁੱਛਿਆ ਨਾ ਕਰੋ, ਸਾਨੂੰ ਦੱਸਿਆ ਕਰੋ। ਔਰ ਹੁਣ ਵੀ ਉਹ ਸਾਡੇ ਨਾਲ ਇੱਕ ਭਰਾਵਾਂ ਵਾਂਗ ਮੈਂ ਉਹਨਾਂ ਨੂੰ ਭਾਜੀ ਕਹਿ ਕੇ ਐਡਰੈਸ ਕਰਦਾ ਆਲਵੇਜ਼। ਔਰ ਮੈਂ ਜਦੋਂ ਫੋਨ ਤੇ 1-2 ਵਾਰ ਗੱਲ ਵੀ ਕਰ ਰਿਹਾ ਸੀ ਤਾਂ ਕਿਸੇ ਹੋਰ ਨੂੰ ਇਹ ਪੁੱਛਣ ਦੀ ਲੋੜ ਨਹੀਂ ਹੁੰਦੀ ਵੀ ਗੱਲ, ਉਹ ਕਹਿੰਦਾ ਜੀ ਸਿਰਫ ਤੁਹਾਡੇ ਮੂੰਹੋਂ ਜੇ ਕਿਸੇ ਲਈ ਭਾਜੀ ਲਫ਼ਜ਼ ਨਿਕਲਦਾ ਤੇ ਉਹ ਜ਼ਾਹਰ ਹੈ ਵੀ ਤੁਸੀਂ ਸਰ ਜਸਵੰਤ ਸਿੰਘ ਹੋਠੀ ਹੋਰਾਂ ਨਾਲ ਗੱਲਬਾਤ ਕਰ ਰਹੇ ਹੋ। ਔਰ ਉਹਨਾਂ ਦਾ ਸਮੁੱਚਾ ਪਰਿਵਾਰ, ਉਹਨਾਂ ਦੇ ਘਰੋਂ ਭੈਣ ਜੀ, ਉਹਨਾਂ ਦੀ ਬੇਟੀ ਮਨਦੀਪ ਕੌਰ ਮੀਨੂ, ਉਹਨਾਂ ਦੇ ਸਨ ਇਨ ਲਾ ਜਿਹੜੇ ਹੈਪੀ, ਉਹਨਾਂ ਨੂੰ ਕਹਿੰਦੇ ਹਰਪ੍ਰੀਤ ਸਿੰਘ, ਉਹਨਾਂ ਦਾ ਬੇਟਾ ਗੁਰਜੀਤ ਸਿੰਘ। ਸੋ ਹੁਣ ਉਹ ਸਫਲ ਕਾਰੋਬਾਰੀ ਵੀ ਨੇ, ਟਰਾਂਸਪੋਰਟ ਲਾਈਨ 'ਚ ਨੇ ਔਰ ਬਹੁਤ ਪਿਆਰ ਕਰਦੇ ਨੇ। ਮੈਂ ਸਮਝਦਾ ਕਿ ਵੀ ਸਾਡੇ ਲਈ ਜਦੋਂ ਅਸੀਂ ਬੇ ਏਰੀਏ 'ਚ ਜਾਣਾ ਹੁੰਦਾ ਤੇ ਉਹ ਸਾਡੇ ਲਈ ਉਹਨਾਂ ਅਜ਼ੀਮ ਸ਼ਖਸੀਅਤਾਂ 'ਚੋਂ ਹੁੰਦੇ ਨੇ ਜਿਨ੍ਹਾਂ ਨੂੰ ਮਿਲੇ ਬਿਨਾਂ ਇਹੋ ਨਹੀਂ ਲੱਗਦਾ ਵੀ ਇਹ ਜ਼ਿਆਰਤ ਪੂਰੀ ਹੋਈ ਹੈ। ਸੋ ਅਸੀਂ, ਮੇਰੇ ਕੋਲ ਤਾਂ ਅਲਫਾਜ਼ ਨਹੀਂ ਨੇ, ਅਸੀਂ ਉਹ ਸਾਨੂੰ ਪਰਿਵਾਰ ਦਾ ਮੈਂਬਰ ਸਮਝਦੇ ਨੇ। ਅਸੀਂ ਜਿੱਥੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਹੈ ਪਰ ਵੱਡੇ ਪੰਥਕ ਪਰਿਵਾਰ ਦੇ ਵਿੱਚ ਉਹਨਾਂ ਦੀ ਇੱਕ ਅਹਿਮ ਥਾਂ ਹੈ ਔਰ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਥੋੜਾ ਜਿਹਾ ਜ਼ਿਕਰ, ਕਿਉਂਕਿ ਅਸੀਂ ਦੋਨਾਂ ਸ਼ਖਸੀਅਤਾਂ ਦਾ ਜ਼ਿਕਰ ਕੀਤਾ ਹੈ। ਭਾਈ ਦਿੱਤ ਸਿੰਘ ਜੀ, ਦੇਖੋ ਜਦੋਂ ਕੌਮਾਂ ਦਾ ਅਰੂਜ਼ ਹੁੰਦਾ ਹੈ, ਚੜ੍ਹਾਈ ਹੁੰਦੀ ਹੈ ਔਰ ਚੜ੍ਹਾਈ ਪੋਲੀਟੀਕਲ ਪਾਵਰ ਦੇ ਨਾਲ ਜੁੜੀ ਹੁੰਦੀ ਹੈ ਤੇ ਜਦੋਂ ਤੁਹਾਡੇ ਤੋਂ ਪੋਲੀਟੀਕਲ ਪਾਵਰ ਖੁੱਸਦੀ ਹੈ, ਰਾਜ ਸੱਤਾ ਜਾਂਦੀ ਹੈ, ਫਿਰ ਤੁਹਾਡਾ ਧਰਮ, ਤੁਹਾਡਾ ਮਜ਼ਹਬ, ਤੁਹਾਡੇ ਅਕੀਦਿਆਂ ਦੇ ਉੱਤੇ ਵੀ ਚਾਰੇ ਪਾਸਿਓਂ ਹਮਲੇ ਹੁੰਦੇ ਨੇ ਔਰ ਉਦੋਂ ਕੌਮਾਂ ਬਹੁਤ ਗਿਰਾਵਟ ਜਾਂ ਨਮੋਸ਼ੀ ਦਾ ਸ਼ਿਕਾਰ ਹੋ ਕੇ ਕਈ ਵਾਰ ਆਪਣੇ ਅਸਲੇ ਨਾਲੋਂ ਟੁੱਟਦੀਆਂ ਜਾਂਦੀਆਂ ਨੇ ਤੇ ਦੁਸ਼ਮਣ ਵੀ ਇਹ ਸਮਝਦਾ ਹੁੰਦਾ ਹੈ ਕਿ ਭਾਈ ਜਿਹੜੀ ਤਾਕਤ ਜਿਸ ਚੀਜ਼ ਚੋਂ ਨਿਕਲਦੀ ਹੈ ਉਹਨੂੰ ਕਮਜ਼ੋਰ ਕੀਤਾ ਜਾਏ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਕੌਮ ਪਿਛਲੀਆਂ 4 ਸਦੀਆਂ ਤੋਂ ਵੱਖ-ਵੱਖ ਸਮਿਆਂ 'ਚ ਵੱਖ-ਵੱਖ ਚੈਲੰਜਸ ਤੋਂ ਨਿਕਲੀ। 1606 ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ 16 ਜੂਨ 1606 ਨੂੰ ਇਹ ਸ਼ੁਰੂਆਤ ਸੀ ਉਸ ਵੇਲੇ ਦੇ ਮੁਗਲ ਸਾਮਰਾਜ ਦੇ ਨਾਲ ਪਹਿਲੀ ਟੱਕਰ ਔਰ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 1675 ਦੇ ਵਿੱਚ ਔਰ ਫਿਰ 10ਵੇਂ ਪਾਤਸ਼ਾਹ ਦੇ ਸਮੇਂ ਦੇ ਵਿੱਚ 1699 ਈਸਵੀ 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਔਰ ਉਸ ਪੀਰੀਅਡ 'ਚ ਜੇ ਉਹਨਾਂ ਨੇ 14 ਜੰਗਾਂ ਆਪਣੇ ਜੀਵਨ ਦੀਆਂ ਲੜੀਆਂ ਤੇ ਲਗਭਗ 12 ਦੇ ਕਰੀਬ ਜੰਗਾਂ 22 ਧਾਰ ਦੇ ਪਹਾੜੀ ਹਿੰਦੂ ਰਾਜਿਆਂ ਦੇ ਨਾਲ ਲੜੀਆਂ। ਸੋ ਜਿਹੜੇ ਚੈਲੰਜਸ ਨੇ, ਜਦੋਂ ਅਸੀਂ ਚੈਲੰਜ ਦੀ ਗੱਲ ਕਰਦੇ ਹਾਂ ਕਿ ਸਿੱਖੀ ਦੇ ਮੂਲ ਨੂੰ ਬੇਸ਼ੱਕ ਚੈਲੰਜ ਤਾਂ ਗੁਰੂ ਨਾਨਕ ਸਾਹਿਬ ਦੀ ਇਸ ਧਰਤੀ ਦੇ ਉੱਤੇ ਆਮਦ ਨਾਲ ਜਦੋਂ ਉਹਨਾਂ ਨੇ ਇਹ ਮੈਸੇਜ ਦਿੱਤਾ, ਨਾ ਕੋਈ ਹਿੰਦੂ ਨਾ ਮੁਸਲਮਾਨ, ਤੇ ਜਿਹੜੇ 4000 ਸਾਲ ਤੋਂ ਵਰਣ ਵਿਵਸਥਾ ਜ਼ਾਤ-ਪਾਤੀ ਸਿਸਟਮ ਦੇ ਬ੍ਰਾਹਮਣਵਾਦੀ ਸਿਸਟਮ ਨੂੰ ਕੰਟਰੋਲ ਕਰ ਰਹੇ ਸੀ, ਉਹਨਾਂ ਨੂੰ ਨਜ਼ਰ ਆ ਗਿਆ ਕਿ ਇਹ ਸਾਡਾ ਵੈਰੀ, ਇਹ ਵਿਚਾਰਧਾਰਾ ਵੈਰੀ। ਦੇਖੋ ਲੜਾਈ ਆਈਡੀਆਜ਼ ਦੀ ਹੁੰਦੀ ਹੈ। ਇੱਕ ਪਾਸੇ ਇਨਸਾਨ ਨੂੰ ਇਨਸਾਨ ਨਾਲ ਵੰਡਣ ਵਾਲੀ ਜ਼ਾਤ-ਪਾਤ ਦੀ ਪ੍ਰਥਾ, ਉਹ ਸਿਸਟਮ, ਤੇ ਦੂਸਰੇ ਪਾਸੇ ਇੱਕ ਪਿਤਾ ਇਕਸ ਕੇ ਹਮ ਬਾਰਕ, ਇੱਕ ਸਾਡਾ ਪਿਤਾ ਹੈ ਅਕਾਲ ਪੁਰਖ, ਅਸੀਂ ਬੱਚੇ ਹਾਂ। ਹੁਣ ਟਕਰਾਅ ਤਾਂ ਹੋ ਗਿਆ, ਐਵੇਂ ਨਹੀਂ। ਜਦੋਂ ਜੂਨ 84 ਦੇ ਪਹਿਲੇ ਹਫਤੇ ਟੈਂਕਾਂ ਤੋਪਾਂ ਦੇ ਨਾਲ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਵਾਲੇ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ, ਦਰਬਾਰ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਤੇ ਹੱਲਾ ਬੋਲਿਆ ਜਾਂਦਾ ਹੈ ਭਾਰਤੀ ਹਕੂਮਤ ਵੱਲੋਂ, ਇੰਦਰਾ ਗਾਂਧੀ ਦੇ ਹੁਕਮਾਂ ਥੱਲੇ, ਜਨਰਲ ਵੈਦਿਆ ਦੀ ਕਮਾਂਡ ਥੱਲੇ, ਤੇ ਬਾਰਡਰ ਪਾਰ ਬੈਠਾ ਅਫਜ਼ਲ ਅਹਿਸਨ ਰੰਧਾਵਾ ਆਪਣੀ ਨਜ਼ਮ ਨਵਾਂ ਘੱਲੂਘਾਰਾ 'ਚ ਕਹਿੰਦਾ
ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਹੁਣ ਉਹਨਾਂ ਨੇ ਇੱਕਦਮ 5 ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਕਿਵੇਂ ਬ੍ਰਾਹਮਣਵਾਦ ਨੇ ਐਜ਼ ਏ ਡੇਂਜਰ ਲਿਆ, ਔਰ ਕਿਵੇਂ ਬਟਾਲਾ ਸ਼ਹਿਰ ਦੇ ਅੰਦਰ ਅੱਜ ਵੀ ਗੁਰਦੁਆਰਾ ਕੰਧ ਸਾਹਿਬ ਮੌਜੂਦ ਹੈ ਕਿ ਉਹ ਤਾਂ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦੇ ਜਦੋਂ ਵਿਆਹ ਦੇ ਲਈ ਬਰਾਤ ਲੈ ਕੇ ਬਟਾਲੇ ਆਏ ਹੋਏ ਸਨ, ਕੰਧ ਥੱਲੇ ਦੇ ਕੇ ਮਾਰ ਦੇਣਾ ਚਾਹੁੰਦੇ ਸੀ ਕਿ ਨਾ ਰਹੇ ਬਾਂਸ ਨਾ ਵੱਜੇ ਬੰਸਰੀ। ਇਹ ਵੱਖਰੀ ਕਹਾਣੀ ਹੈ ਕਿ ਇਹ ਜਿਹੜਾ ਪੈਰਲਲ ਬ੍ਰਾਹਮਣਵਾਦੀ ਥਾਟ ਦੀ ਵਿਰੋਧਤ ਹੈ, ਕਿਵੇਂ ਮੁਗਲ ਪੀਰੀਅਡ ਕਿਤੇ ਉਹ ਚੰਦੂ ਰੂਪ ਚ ਬਣ ਜਾਂਦੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਲਈ, ਕਿਤੇ ਉਹ 22 ਧਾਰ ਦੇ ਪਹਾੜੀ ਹਿੰਦੂ ਰਾਜੇ ਨੇ ਜਿਹੜੇ ਅਨੰਦਪੁਰ ਸਾਹਿਬ ਚ ਉਸ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ, ਔਰ ਕਿਤੇ ਉਹ ਸੁੱਚਾਨੰਦ ਬਣ ਜਾਂਦਾ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਔਰ ਮਾਤਾ ਗੁਜਰੀ ਜੀ ਦੀ ਸ਼ਹਾਦਤ, ਸੱਪਾਂ ਦੇ ਬੱਚੇ ਸੱਪ ਕਹਿਣ ਵਾਲਾ। ਤੇ ਫਿਰ ਜੇ ਸਾਰੇ 1699 ਤੋਂ 1799 ਤੱਕ ਦੇਖੀਏ ਤੇ ਫਿਰ ਉਹ ਲੱਖੂ ਹੋਏ, ਜੱਸੂ ਹੋਏ, ਉਹ ਕਹਾਣੀਆਂ ਬਰਾਬਰ ਅਸੀਂ ਦੁਹਰਾਉਂਦੇ ਰਹਿੰਦੇ ਹਾਂ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਇੱਕ ਸਦੀ ਦੇ ਅੰਦਰ ਬੇਸ਼ੱਕ ਕੌਮ ਘੱਲੂਘਾਰਿਆਂ 'ਚੋਂ ਗੁਜ਼ਰੀ, ਇੱਕ ਪਾਸੇ ਮੁਗਲ ਸਾਮਰਾਜ, ਇੱਕ ਪਾਸੇ ਦਰਾ ਖੈਬਰ ਪਾਰ ਦੇ ਹਮਲਾਵਰ ਘੱਲੂਘਾਰਿਆਂ ਦਾ ਦੌਰ, ਪਰ ਉਸ ਸਭ 'ਚੋਂ ਕੌਮ ਜਿਵੇਂ ਅੱਗ ਦੇ ਵਿੱਚ ਪਾਇਆ ਕੁਠਾਲੀ ਦੇ ਵਿੱਚ ਪਾ ਕੇ ਸੋਨਾ ਚਮਕਦਾ ਹੈ, ਧਮਕਦਾ ਹੈ, ਇਵੇਂ ਸਿੱਖ ਕੌਮ ਜਿਹੜੀ ਹੈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਏ ਹੋਏ। 12 ਮਿਸਲਾਂ ਦੇ ਰੂਪ ਚ ਸਿੱਖਾਂ ਨੇ ਰਾਜ ਸਥਾਪਿਤ ਕੀਤਾ। 1764 ਦੇ ਵਿੱਚ ਲਾਹੌਰ ਫਤਿਹ ਕੀਤਾ। 1783 ਵਿੱਚ ਦਿੱਲੀ ਸਿੱਖ ਕੌਮ ਦੇ ਪੈਰਾਂ ਥੱਲੇ ਆਈ। 17 ਵਾਰ ਦਿੱਲੀ ਨੂੰ ਪੈਰਾਂ ਥੱਲੇ ਰੋਂਦੇ, ਔਰ ਫਿਰ ਉਹਨਾਂ 12 ਮਿਸਲਾਂ ਚੋਂ ਕੰਸੋਲੀਡੇਟਡ ਮਿਸਲ ਚ ਤੀਸਰੀ ਜਨਰੇਸ਼ਨ ਸਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਫਾਊਂਡ ਕਰਦੇ ਨੇ ਸ਼ੁਕਰ ਚੱਕੀਆ ਮਿਸਲ ਨੂੰ। ਉਹਨਾਂ ਦੇ ਬੇਟੇ ਮਹਾਂ ਸਿੰਘ ਬਹਾਦਰੀ ਦੇ ਜੌਹਰ ਦਿਖਾ ਕੇ ਅੱਗੇ ਲੈ ਕੇ ਜਾਂਦੇ ਨੇ, ਤੇ ਗੁਜਰਾਂਵਾਲਾ ਦੇ ਵਿੱਚ ਜਿੱਥੇ ਕਿ ਇਸ ਮਿਸਲ ਸ਼ੁਕਰ ਚੱਕੀਆ ਦਾ ਹੈੱਡਕੁਆਰਟਰ ਬਣਦਾ ਹੈ, ਫਿਰ ਮਹਾਂ ਸਿੰਘ ਦੇ ਬੇਟੇ ਰਣਜੀਤ ਸਿੰਘ ਜਿਹੜੇ ਕਿ ਲਗਭਗ 11-12 ਸਾਲ ਦੀ ਉਮਰ 'ਚ ਉਹਨਾਂ ਦੀ ਪਿਤਾ ਦੀ ਇੱਕ ਜੰਗ ਦੇ ਵਿੱਚ ਸ਼ਹਾਦਤ ਤੋਂ ਬਾਅਦ ਉਸ ਮਿਸਲ ਦੇ ਸਰਦਾਰ ਬਣਦੇ ਨੇ। ਕਿਵੇਂ ਲਗਭਗ 18 ਸਾਲ ਦੀ ਉਮਰ 'ਚ ਉਹ ਲਾਹੌਰ ਦੇ ਉੱਤੇ 1799 'ਚ ਭੰਗੀ ਸਰਦਾਰਾਂ ਤੋਂ ਲਾਹੌਰ ਲੈ ਕੇ ਕਾਬਜ਼ ਹੁੰਦੇ ਨੇ, ਔਰ ਫਿਰ ਅਗਲੇ 40 ਸਾਲ ਜਿਹੜਾ 1799 ਤੋਂ 1839 ਤੱਕ ਉਸ ਕਿਸਮ ਦਾ ਰਾਜ ਜਿਹਦੇ ਬਾਰੇ ਜਿਹੜੇ ਸ਼ਾਹ ਮੁਹੰਮਦ ਪੰਜਾਬ ਦਾ ਉਹ ਫੇਮਸ ਲੋਕ ਕਵੀ ਜਿਹਨੇ ਕਿਹਾ ਕਿ ਸ਼ਾਹ ਮੁਹੰਮਦਾ ਜਾਣ 50 ਬਰਸਾਂ, ਔਰ ਉਸ ਤੋਂ ਪਹਿਲਾਂ ਕਿਹਾ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਦੇ ਮੁਲਕ ਹਿਲਾਏ ਗਏ। ਤੇ ਸ਼ਾਹ ਮੁਹੰਮਦਾ ਜਾਣ 50 ਬਰਸਾਂ ਅੱਛਾ ਰੱਜ ਕੇ ਰਾਜ ਕਮਾਏ ਗਏ। ਲੇਕਿਨ ਉਹ ਸਲਤਨਤ, ਉਹ ਐਮਪਾਇਰ, ਉਹ ਲੋਕਾਂ ਦਾ ਸਾਂਝਾ ਰਾਜ ਜਿਸ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਉਹਨਾਂ ਦੇ ਲਈ ਇੱਕ ਬਰਾਬਰੀ ਦੀ ਗੱਲ ਸੀ, ਉਹ 10 ਸਾਲਾਂ ਦੇ ਵਿੱਚ ਉਹਨਾਂ ਦੇ ਨਾਕਾਬਲ ਜਿਹੜੇ ਜਾਨਸ਼ੀਨ ਔਰ ਸਾਜ਼ਿਸ਼ਾਂ ਉਹ ਡੋਗਰਿਆਂ ਦੀਆਂ ਹੋਣ, ਯੂਪੀ ਦੇ ਬ੍ਰਾਹਮਣ ਮਿਸ਼ਰਾਂ ਦੀਆਂ ਹੋਣ। 1849 ਚ ਪੰਜਾਬ 1.5 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਦੀ ਉਹ ਸਲਤਨਤ ਲਾਹੌਰ ਦਰਬਾਰ ਅੰਗਰੇਜ਼ਾਂ ਦੇ ਪੇਟੇ ਪੈਂਦਾ। ਹੁਣ ਜ਼ਾਹਰ ਹੈ ਕਿ ਰਾਜ ਸ਼ਕਤੀ ਦੇ ਨਾਲ ਸਭ ਕੁਝ ਜੁੜਿਆ ਹੋਇਆ ਸੀ। ਜਿੱਥੇ ਮੰਦਰਾਂ ਮਸੀਤਾਂ ਨੂੰ ਜ਼ਮੀਨਾਂ ਦਿੱਤੀਆਂ ਜਾਂਦੀਆਂ ਨੇ, ਵਜ਼ੀਫੇ ਦਿੱਤੇ ਜਾਂਦੇ ਨੇ, ਗੁਰਦੁਆਰਿਆਂ ਦੇ ਨਾਲ ਗੁਰਦੁਆਰੇ ਤਾਮੀਰ ਵੀ ਹੁੰਦੇ ਨੇ, ਗੁਰਦੁਆਰਿਆਂ ਦੇ ਨਾਲ ਜ਼ਮੀਨਾਂ ਵੀ ਲਾਈਆਂ ਜਾਂਦੀਆਂ ਜਿਹੜੀਆਂ ਅੱਜ ਤੱਕ ਵੀ ਪਾਕਿਸਤਾਨ ਦੇ ਵਿੱਚ 174 ਦੇ ਕਰੀਬ ਇਤਿਹਾਸਕ ਗੁਰਦੁਆਰੇ ਨੇ, ਔਰ ਹਰ ਇੱਕ ਦੇ ਨਾਲ ਜ਼ਮੀਨ ਹੈ। ਉਹਦਾ ਰੀਜ਼ਨ ਤੁਹਾਡੀ ਪੋਲੀਟੀਕਲ ਪਾਵਰ ਹੈ। ਜਿਉਂ ਹੀ ਸਿੱਖ ਰਾਜ ਜਾਂਦਾ ਹੈ, ਇੱਕ ਜਿਹੜੀ ਜਿਸ ਨੂੰ ਇੱਕ ਆਰੂਸ ਤੋਂ ਤੁਸੀਂ ਜਵਾਲ ਦਾ ਸਫ਼ਰ ਕਹਿੰਦੇ ਹੋ, ਗਿਰਾਵਟ ਦਾ ਸਫ਼ਰ ਕਹਿੰਦੇ ਹੋ, ਈਸਾਈ ਮਤ ਵੀ ਪ੍ਰਮੋਟ ਕਰਦੇ ਨੇ ਬ੍ਰਿਟਿਸ਼ਰ। ਕਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਮਾਸੂਮ ਛੋਟੇ ਬੱਚੇ ਨੂੰ ਦਲੀਪ ਸਿੰਘ ਨੂੰ ਈਸਾਈ ਬਣਾ ਕੇ ਇੰਗਲੈਂਡ ਲੈ ਜਾਂਦੇ ਨੇ। ਕਿਵੇਂ ਉਹਨਾਂ ਦੇ ਈਸਾਈ ਮਿਸ਼ਨਰੀ ਉਹ ਬਟਾਲਾ ਹੋਏ, ਅਜਨਾਲਾ ਹੋਏ ਆਪਣੇ ਮਿਸ਼ਨ ਖੋਲ੍ਹਦੇ ਨੇ। ਦਰਬਾਰ ਸਾਹਿਬ ਦੇ ਬਾਹਰ ਆ ਕੇ ਜਿੱਥੇ ਅੱਜ ਅਸੀਂ ਘੰਟਾ ਘਰ ਜੀ ਦੀ ਸ਼ੇਪ ਦੇਖੋ, ਉਸ ਤੋਂ ਪਹਿਲਾਂ ਉੱਥੇ ਉਹ ਉਹਨਾਂ ਦੇ ਪਾਦਰੀ ਆ ਕੇ ਬਹਿ ਜਾਂਦੇ ਨੇ। ਜਿਵੇਂ ਅੱਜ ਵੀ ਪੰਜਾਬ ਦੇ ਵਿੱਚ ਉਹ ਇਹਨਾਂ ਪਾਦਰੀਆਂ ਦਾ ਕੰਮ ਹੋਏ ਜਾਂ ਹਿੰਦੂ ਤਵੀਆਂ ਦਾ ਹੋਏ, ਕਿਉਂਕਿ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਆ, ਉਸ ਕਿਸਮ ਦਾ ਦੌਰ ਦੌਰਾ ਚੱਲ ਰਿਹਾ। ਫਿਰ ਗੁਜਰਾਤ ਦੇ ਵਿੱਚ ਇੱਕ ਸ਼ਰਾਰਤੀ ਪੈਦਾ ਹੁੰਦਾ ਹੈ ਸਵਾਮੀ ਦਿਆਨੰਦ,
ਜਿਹੜਾ ਸਤਿਆਰਥ ਪ੍ਰਕਾਸ਼ ਵੀ ਲਿਖਦਾ ਹੈ, ਤੇ ਪੰਜਾਬ ਦੇ ਵਿੱਚ ਆ ਕੇ ਸ਼ਹਿਰੀ ਹਿੰਦੂ ਜਿਹੜੇ ਨੇ ਲਹਿੰਦੇ ਪੰਜਾਬ ਦੇ ਖਾਸ ਕਰ ਉਹ ਆਰੀਆ ਸਮਾਜੀ ਹੋ ਜਾਂਦੇ ਨੇ। ਔਰ ਆਰੀਆ ਸਮਾਜ ਦੇ ਆਨੰਦ ਉਹ ਹੈ ਜਿਹੜਾ ਸਿੱਖ ਧਰਮ, ਇਸਲਾਮ, ਈਸਾਈਅਤ ਸਭ ਦੇ ਖਿਲਾਫ ਜ਼ਹਿਰ ਉਗਲਦਾ ਹੈ, ਉਹਨਾਂ ਦਾ ਦੌਰ ਹੈ। ਸ਼ਰਧਾ ਰਾਮ ਫਲੋਰੀ ਦੇ ਨਾਂ ਥੱਲੇ ਜਿਨੇ ਜਿਸ ਦੀ ਆਰਤੀ ਅੱਜ ਵੀ ਹਿੰਦੂ ਓਮ ਜੈ ਜਗਦੀਸ਼ ਹਰੇ ਪੜ੍ਹਦੇ ਨੇ, ਉਹ ਪੂਰੀ ਤਰ੍ਹਾਂ ਸਿੱਖਾਂ ਦੇ ਖਿਲਾਫ ਸਨਾਤਨੀ ਮਜ਼ਹਬ, ਕਿਉਂਕਿ ਦਰਬਾਰ ਸਾਹਿਬ ਤੇ ਔਰ ਦੂਸਰੀਆਂ ਥਾਵਾਂ ਤੇ ਕਾਬਜ਼ ਜਿਹੜੇ ਉਦਾਸੀ ਮਹੰਤ ਹਿੰਦੂ ਧਰਮ ਵੱਲ ਝੁਕਦੇ ਨੇ ਜ਼ਿਆਦਾ, ਔਰ ਉੱਥੇ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਲਿਆ ਕੇ ਬੁੱਤ ਰੱਖ ਦਿੱਤੇ ਜਾਂਦੇ ਨੇ। ਕੋਈ ਕਥਾ ਹੋ ਰਹੀਆਂ ਦੇਵਤਿਆਂ ਦੀਆਂ, ਕੋਈ ਅਦਰਵਾਈਜ਼ ਹੋ ਰਿਹਾ, ਕਿਸ ਕਿਸਮ ਦੇ ਕਰਪਟ ਮਹੰਤ ਜਿਹੜੇ ਮਹੰਤ ਨਰੈਣੂ ਔਰ ਦੂਸਰੇ ਉਹਨਾਂ ਦੀਆਂ ਗਾਥਾ ਅਸੀਂ ਦੇਖਦੇ। ਹੁਣ ਜੇ ਦੇਖਣਾ ਹੋਏ ਕਿ ਸਾਰੇ ਪਾਸਿਓਂ ਈਸਾਈਅਤ ਵੀ, ਸਨਾਤਨੀ ਵੀ, ਆਰੀਆ ਸਮਾਜੀ ਵੀ, ਔਰ ਉਸ ਸਾਰੇ ਦੌਰ ਦੇ ਵਿੱਚ ਐਂ ਲੱਗਦਾ ਹੈ ਕਿਉਂਕਿ ਜਦੋਂ ਤੱਕ ਪਹਿਲੀ ਸੈਂਸਸ ਸ਼ਾਇਦ 1881 ਚ ਹੁੰਦੀ ਹੈ ਔਰ 10 ਸਾਲ ਦੇ ਬਾਅਦ ਹਾਲਾਤ ਇਹ ਨੇ, ਇਸ ਕਦਰ ਗਿਰਾਵਟ ਹੈ ਕਿ ਉਹਨਾਂ ਦੇ ਜਿਹੜੇ ਐਕਸਪਰਟ ਨੇ ਕਹਿੰਦੇ ਨੇ ਕਿ ਜਿਸ ਤੇਜ਼ੀ ਨਾਲ ਸਿੱਖ ਧਰਮ ਦਾ ਨਾਸ ਹੋ ਰਿਹਾ ਹੈ, ਅਗਲੀ ਸੈਂਸਸ ਤੱਕ ਪਹੁੰਚਦੇ ਆ ਸਿੱਖ ਖਾਤੇ ਦੀ ਲੋੜ ਨਹੀਂ ਰਹੇਗੀ। ਔਰ ਇਹ ਉਹ ਪੀਰੀਅਡ ਹੈ 1850 ਦਾ। ਬੇਸ਼ੱਕ ਅਸੀਂ ਕੂਕਾ ਲਹਿਰ ਦੀ ਗੱਲ ਕਰਦੇ ਹਾਂ, ਪਰ ਕਿਉਂਕਿ ਉਹ ਧਾਰਮਿਕ ਪੱਖ ਦੇ ਨਾਲ ਸਿਆਸੀ ਜ਼ਿਆਦਾ ਸੀ, ਉਹ ਅੰਗਰੇਜ਼ਾਂ ਨੂੰ ਮੌਕਾ ਮਿਲਿਆ, ਉਹਨਾਂ ਨੇ ਆਪਣੀ ਇੰਟੈਲੀਜੈਂਸ ਏਜੰਸੀਆਂ ਵਿੱਚ ਵਾੜ ਕੇ ਜਿਵੇਂ ਕੂਕੇ ਜਿਹੜੇ ਨੇ ਉਹਨਾਂ ਨੂੰ ਜਿਹੜਾ ਉਹ ਇੱਕ ਹੋਰ ਪਾਸੇ ਤੋਰ ਦਿੱਤੇ। ਬਾਅਦ 'ਚ ਉਹਨਾਂ ਨੂੰ ਤੋਪਾਂ ਦੇ ਨਾਲ ਉਡਾਇਆ ਗਿਆ, ਬਾਬਾ ਰਾਮ ਸਿੰਘ ਨੂੰ ਜਲਾਵਤਨ ਕਰਕੇ ਰੰਗੂਨ ਭੇਜ ਦਿੱਤਾ ਗਿਆ, ਜਿਵੇਂ ਬਹਾਦਰ ਸ਼ਾਹ ਜ਼ਫਰ ਨੂੰ ਭੇਜਿਆ 1857 'ਚ। ਔਰ ਇਹੀ ਪਾਰਟ ਅਸੀਂ 1860 'ਚ ਦੇਖਦੇ ਹਾਂ। ਹੁਣ ਉਸ ਦੌਰ 'ਚ ਜਦੋਂ ਕਿ ਤੁਹਾਡੇ ਕੋਲ ਤਾਕਤ ਨਹੀਂ ਹੈ ਕਿ ਤੁਸੀਂ ਹਥਿਆਰਬੰਦ ਬਗਾਵਤ ਦਾ ਰਸਤਾ ਚੁਣੋ, ਮਜ਼ਹਬੀ ਤੌਰ ਦੇ ਉੱਤੇ ਤੁਹਾਡੀ ਪੂਰੀ ਤਰ੍ਹਾਂ ਡਿਕਲਾਈਨ ਹੈ, ਉਦੋਂ ਇਹ ਦੋ ਫਕੀਰ ਨਿਕਲਦੇ ਨੇ, ਭਾਈ ਦਿੱਤ ਸਿੰਘ ਔਰ ਪ੍ਰੋਫੈਸਰ ਗੁਰਮੁਖ ਸਿੰਘ, ਜਿਹੜੇ ਓਰੀਐਂਟਲ ਕਾਲਜ ਲਾਹੌਰ ਦੇ ਵਿੱਚ ਪ੍ਰੋਫੈਸਰ ਸਨ, ਪ੍ਰੋਫੈਸਰ ਗੁਰਮੁਖ ਸਿੰਘ ਜੀ। ਔਰ ਕਿਵੇਂ ਇਹਨਾਂ ਦੋਨਾਂ ਫਕੀਰਾਂ ਨੇ ਸਿੰਘ ਸਭਾ ਲਹਿਰ ਦੀ ਸ਼ੁਰੂਆਤ, ਕਿਵੇਂ ਸਿੱਖ ਕੌਮ ਦੇ ਅੰਦਰ ਉਹਨਾਂ ਦਾ ਸਵੈਮਾਨ, ਪ੍ਰਾਈਡ ਸਿੱਖੀ ਦਾ, ਬੇਸ਼ੱਕ ਉਹਨਾਂ ਨੇ ਸਿਆਸਤ ਵੱਲੋਂ ਪਿੱਠ ਕਰ ਲਈ, ਉਹਨਾਂ ਨੇ ਦੇਖ ਲਿਆ ਕਿ ਭਾਈ ਅੰਗਰੇਜ਼ਾਂ ਦੇ ਨਾਲ ਹੁਣ ਅਸੀਂ ਪੋਲੀਟੀਕਲੀ ਔਰ ਟੂ ਦਾ ਬੂਟ ਜਿਹੜੇ ਨੇ ਪ੍ਰੋ ਹਕੂਮਤ, ਔਰ ਇਹੀ ਕਾਰਨ ਸੀ ਕਿ ਹਕੂਮਤ ਨੂੰ ਉਹਨਾਂ ਦੀਆਂ ਐਕਟੀਵਿਟੀਜ਼ ਚੋਂ ਕੋਈ ਆਪਣੇ ਲਈ ਖਤਰਾ ਨਹੀਂ ਸੀ ਲੱਗਦਾ, ਉਹਨਾਂ ਨੇ ਆਪਰੇਟ ਵੀ ਕਰਨ ਦਿੱਤਾ। ਔਰ ਇਸ ਪੀਰੀਅਡ ਦੇ ਵਿੱਚ ਕਿਵੇਂ ਮੁਰਦੇ ਹਾਣ ਵਾਲੀ ਦੇ ਵਿੱਚ ਗਈ ਹੋਈ ਕੌਮ ਨੂੰ ਉਹਨਾਂ ਨੇ ਵਾਪਸ ਖੜਾ ਕੀਤਾ। ਭਾਈ ਦਿੱਤ ਸਿੰਘ ਜਿਨ੍ਹਾਂ ਦੀ ਉਮਰ ਲਗਭਗ 51 ਸਾਲ ਹੈ, 21 ਅਪ੍ਰੈਲ 1850 ਨੂੰ। ਔਰ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ, ਅੱਜ ਐਮਪਾਵਰਮੈਂਟ, ਦਲਿਤ ਐਮਪਾਵਰਮੈਂਟ ਦੀ ਗੱਲ ਹੁੰਦੀ ਹੈ, ਦੂਸਰਾ ਹੁੰਦਾ ਹੈ ਜ਼ਾਤ ਪਾਤ ਨਾਲ ਲੜਨ ਦੀ ਗੱਲ ਹੁੰਦੀ ਹੈ। ਭਾਈ ਦਿੱਤ ਸਿੰਘ ਉਸ ਹੰਬਲ ਬੈਕਗਰਾਉਂਡ ਚੋਂ ਜਿਨ੍ਹਾਂ ਦੇ ਲਈ ਲਫ਼ਜ਼ ਦਲਿਤ ਇਸਤੇਮਾਲ ਕੀਤਾ ਜਾਂਦਾ ਹੈ, ਸੋ ਉਹਨਾਂ ਦੇ ਲਈ ਦੋਹਰੇ ਤੇਰੇ ਚੈਲੰਜ ਸਨ। ਇੱਕ ਪਾਸੇ ਤਾਂ ਦੁਸ਼ਮਣ ਦੇ ਨਾਲ ਹੈ ਹੀ ਸੀ, ਉਹ ਦਿਆਨੰਦ ਹੋਏ ਸਵਾਮੀ, ਉਹ ਸ਼ਰਧਾ ਰਾਮ ਫਲੋਰੀ, ਸਨਾਤਨੀ ਹੋਣ, ਬੇਦੀ ਸੋਢੀ ਬਾਬੇ ਜਿਹੜੇ ਉੱਚੀਆਂ, ਕਿ ਉਹਨਾਂ ਨੂੰ ਹੀਣੇ ਜਾਤ ਦਾ ਹੋਣ ਕਰਕੇ ਜਿਹੜੀਆਂ ਸਿੱਖਾਂ ਦੇ ਵਿੱਚ ਵੀ ਬੈਠੇ ਹੋਏ ਇਸ ਕਿਸਮ ਦੇ ਜ਼ਾਤ ਅਪਮਾਨੀ ਲੋਕ ਸੀ, ਉਹ ਕਿਵੇਂ ਉਹਨਾਂ ਦਾ ਨਿਰਾਦਰ ਕਰਦੇ ਸੀ, ਉਹ ਲਫ਼ਜ਼ ਮੈਂ ਬਿਆਨ ਨਹੀਂ ਕਰ ਸਕਦਾ ਜੋ ਉਹਨਾਂ ਦੇ ਲਈ ਇਸਤੇਮਾਲ ਹੁੰਦੇ ਸੀ। ਔਰ ਉਹ ਚਾਰ ਚਫੇਰੇ ਦੇਖ ਕੇ ਜਿਵੇਂ ਗੁਰੂ ਦੇ ਉੱਤੇ ਸਿਦਕ ਭਰੋਸਾ ਰੱਖ ਕੇ ਉਹਨਾਂ ਨੇ ਤਕਰੀਰ ਔਰ ਤਹਿਰੀਰ ਕਲਮ ਵੀ ਚੁੱਕੀ, ਉਹਨਾਂ ਨੇ ਬਹੁਤ ਜ਼ਬਰਦਸਤ ਬੁਲਾਰੇ ਸਨ, ਉਹਨਾਂ ਨੂੰ ਸੁਣਨ ਦੇ ਲਈ ਲੋਕ ਦੂਰੋਂ ਦੂਰੋਂ ਆ ਕੇ ਸੁਣਦੇ ਸੀ। ਔਰ ਜ਼ਬਰਦਸਤ ਲਿਖਾਰੀ 50 ਦੇ ਕਰੀਬ ਉਹਨਾਂ ਨੇ ਕਿਤਾਬਾਂ ਔਰ ਟੈਕਟ ਲਿਖੇ, ਔਰ ਮਜ਼ਾਕੀਆ ਅੰਦਾਜ਼ ਦੇ ਵਿੱਚ ਵੀ ਉਹ ਗੱਲ ਕਰਦੇ ਸੀ ਕਿ ਲਿਖਤ ਸ਼ੈਲੀ ਵੀ ਉਹੀ ਸੀ ਕਿ ਕਿਵੇਂ ਜਿਵੇਂ ਉਹਨਾਂ ਨੇ ਉਸ ਪੀਰੀਅਡ ਦੇ ਸਿੱਖਾਂ ਦਾ ਜ਼ਿਕਰ ਕੀਤਾ ਤਾਂ ਉਹਨਾਂ ਦਾ ਇੱਕ ਕਵਿਤ ਹੈ ਕਿ ਕਿਸ ਟਾਈਪ ਦੀ ਸੋਚਣੀ ਹੈ। ਉਹਨਾਂ ਕਿਹਾ ਕੁਛ ਅੰਨ ਦੇ, ਕੁਛ ਧਨ ਦੇ, ਕੁਛ ਪਹਾੜਾਂ ਵਾਲੀ ਰੰਨ ਦੇ, ਕੁਛ ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੀ। ਕਿ ਵੀ ਇਹ ਸਾਰੇ ਕੀ ਨੇ, ਕੁਛ ਤਾਂ ਜਿਹੜੇ ਨੇ ਅੰਨ ਕਿਲੋ ਅੰਨ, ਦੋ ਸੇਰ ਅੰਨ ਖਾਣ ਵਾਲੇ ਹੀ ਨੇ, ਉਹ ਅੰਨ ਵਾਲੇ ਸਿੱਖ ਹੀ ਨੇ, ਉਸ ਤੋਂ ਬਿਨਾਂ ਉਹਨਾਂ ਨੂੰ ਕੁਛ ਨਹੀਂ। ਕੁਛ ਧਨ ਦੇ ਜਿਹੜੇ ਪੈਸੇ ਦੇ ਮਗਰ ਪਏ ਹੋਏ ਨੇ, ਪੈਸੇ ਦੇ ਖੱਟੂ, ਪਹਾੜਾਂ ਵਾਲੀ ਰੰਨ, ਦੇਵੀ ਦੇ ਪੁਜਾਰੀ, ਕੋਈ ਵੈਸ਼ਨੋ ਦੇਵੀ ਚੜ ਗਿਆ, ਕੋਈ ਚਿੰਤਪੁਰਨੀ ਚੜ ਗਿਆ, ਕੋਈ ਜਵਾਲਾ ਜੀ ਪਹਾੜਾਂ ਵਾਲੀ ਰੰਨ, ਕਿ ਉਹਨਾਂ ਦੇ ਕੁਛ ਢੋਲ ਢਮੱਕਾ ਸਰਵਰ ਦਾ, ਨਗਾਈਆ ਪੀਰ ਦੇ ਜਿਹੜੇ ਫਾਲੋਅਰ ਸਰਵਰ ਦੇ, ਕੁਝ ਹਿੜਵਸ ਬਾਬੇ ਨਾਨਕ ਦੀ।
ਬਾਬੇ ਨਾਨਕ ਦੀ ਗੱਲ ਤਾਂ ਉਹ ਹਿੜਵਸ ਵਾਂਗ ਹੈ। ਹੁਣ ਉਸ ਸਾਰੇ ਚੋਂ ਉਹਨਾਂ ਨੇ ਦੇਖਿਆ ਕਿ ਵੀ ਸਭ ਤੋਂ ਵੱਡੀ ਕਮੀ ਐਜੂਕੇਸ਼ਨ ਦੀ ਹੈ। ਇਹਨਾਂ ਨੇ ਖਾਲਸਾ ਸਕੂਲਾਂ ਦੇ ਲਈ ਇੱਕ ਲਹਿਰ ਵਿੱਢੀ, ਥਾਂ ਥਾਂ ਖਾਲਸਾ ਸਕੂਲ ਖੁੱਲੇ ਕਿ ਬੱਚਿਆਂ ਨੂੰ ਪਤਾ ਹੋਏ ਕਿ ਸਾਡਾ ਅਸੀਂ ਕਿੰਨਾ ਇੱਕ ਫਖਰਯੋਗ ਸਾਡਾ ਮਜ਼ਹਬ ਹੈ। ਔਰ 1893 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਜਿਹੜਾ ਇਹਨਾਂ ਨੇ ਕਿਵੇਂ ਜਿਹੜਾ ਉਹ ਝੋਲੀ ਅੱਡ ਕੇ ਪੈਸਾ ਕਰਕੇ ਉਹਨਾਂ ਨੇ ਜਿਹੜੇ ਸਿੱਖ ਰਿਆਸਤਾਂ ਦੇ ਸਰਦਾਰ ਸੀ, ਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਉਹਨਾਂ ਤੋਂ ਵੀ ਵੱਡੀ ਰਕਮ ਲਈ, ਆਮ ਸਿੱਖਾਂ ਤੋਂ ਵੀ ਹਕੂਮਤ ਨੇ ਵੀ ਮਦਦ ਕੀਤੀ। ਸੋ ਕੁੱਲ ਮਿਲਾ ਕੇ ਇਹ ਜਿਹੜੇ ਨੇ ਅੱਜ ਜਦੋਂ ਤੱਕ ਇਹ ਦੋਵੇਂ ਹੀ ਪ੍ਰੋਫੈਸਰ ਗੁਰਮੁਖ ਸਿੰਘ, ਭਾਈ ਦਿੱਤ ਸਿੰਘ ਲਗਭਗ 2 ਸਾਲ ਦੇ ਫਰਕ ਦੇ ਨਾਲ ਦੋਵੇਂ ਚੜ੍ਹਾਈ ਕਰ ਗਏ, ਪਰ ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਉਹਨਾਂ ਨੇ ਮਹਿਫੂਜ਼ ਕੀਤਾ ਸਿੱਖ ਥਾਟ ਨੂੰ। ਔਰ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਕੁਛ ਅਰਸੇ ਬਾਅਦ ਪੰਜਾਬ ਦੇ ਵਿੱਚ ਭਾਵੇਂ ਉਹ ਸਿਆਸੀ ਲਹਿਰ ਸੀ, ਪਗੜੀ ਸੰਭਾਲ ਹੋਏ ਜੱਟਾ ਉਹ ਖੜੀ ਹੋ ਜਾਂਦੀ ਹੈ, ਫਿਰ ਬਾਹਰੋਂ ਜਿਹੜੀ ਹੈ ਗਦਰ ਮੂਵਮੈਂਟ ਖੜੀ ਹੋ ਜਾਂਦੀ ਹੈ, 1920 ਤੱਕ ਪਹੁੰਚਦੇ हैं, ਫਿਰ ਅਕਾਲੀ ਲਹਿਰ ਔਰ ਉਹਨਾਂ ਹੀ ਕਰਪਟ ਹਿੰਦੂ ਮਹੰਤਾਂ ਤੋਂ, ਉਦਾਸੀ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਏ ਜਾਂਦੇ ਨੇ। ਸੋ ਅੱਜ ਜਦੋਂ ਅਸੀਂ ਦਰਸ਼ਕ ਉਹਨਾਂ ਦਾ ਦਰਸ਼ਨੀ ਚਿਹਰਾ ਦੇਖ ਰਹੇ ਨੇ ਸਕਰੀਨ ਦੇ ਉੱਤੇ ਕਿ ਬਹੁਤ ਉਸ ਅੰਦਾਜ਼ ਦੇ ਵਿੱਚ ਜਿਹਨਾਂ ਔਡਸ ਦੇ ਸਾਹਮਣੇ, ਔਰ ਜੇ ਮੈਂ ਨਿੱਜੀ ਤੌਰ ਤੇ ਕਹਾਂ ਕਿ ਪਬਲਿਕਲੀ ਜਦੋਂ ਤੁਸੀਂ ਵਿਚਰਦੇ ਹੋ 35-40 ਸਾਲ ਪਹਿਲਾਂ ਜਦੋਂ ਮੈਂ ਇਸ ਪੰਥਕ ਪਿੜ ਨੂੰ ਚੁਣਿਆ ਤੇ ਜ਼ਾਹਰ ਹੈ ਤੁਸੀਂ ਤੁਹਾਡੇ ਨਾਲ ਈਰਖਾ ਵੀ ਹੁੰਦੀ ਹੈ, ਵੈਰ ਵੀ ਹੁੰਦਾ ਹੈ, ਦੁਸ਼ਮਣ ਵੀ ਆਪਣੀ ਖੇਡ ਖੇਡਦਾ ਹੈ, ਬਹੁਤ ਵਾਰ ਆਪਣਿਆਂ ਦੇ ਵਿੱਚ ਵੀ ਇੱਕ ਉਹ ਹੁੰਦਾ ਹੈ। ਔਰ ਉਹ ਸਾਰੇ ਕ੍ਰਿਟਿਸਿਜ਼ਮ ਦੇ ਸਾਹਮਣੇ ਵੀ ਜੇ ਮੇਰੇ ਲਈ ਕੋਈ ਰੋਲ ਮਾਡਲ ਫਿਗਰ ਕਦੇ ਰਹੇ ਨੇ ਤਾਂ ਭਾਈ ਦਿੱਤ ਸਿੰਘ ਰਹੇ ਨੇ ਕਿ ਭਾਈ ਕਿਹਨਾਂ ਹਾਲਾਤਾਂ 'ਚ ਉਹਨਾਂ ਨੇ ਆਪਣਾ ਮੌਕਫ ਨਹੀਂ ਛੱਡਿਆ, ਕਿਸੇ ਪ੍ਰਤੀ ਕੋਈ ਕੁੜਿੱਤਣ ਨਹੀਂ ਰੱਖੀ। ਔਰ ਮੈਂ ਹਮੇਸ਼ਾ ਹੀ ਜਦੋਂ 6 ਸਤੰਬਰ ਦਾ ਦਿਨ ਆਉਂਦਾ, ਹੁਣ ਤਾਂ ਅਜੋਕੇ ਦੌਰ ਦੇ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਲ ਇਹ ਜਿਹੜਾ ਜਦੋਂ ਅਸੀਂ 6 ਸਤੰਬਰ 1995 ਦੀ ਗੱਲ ਕਰਦੇ ਹਾਂ ਤੇ ਮੇਰੇ ਲਈ ਇਹ ਹੁੰਦਾ ਹੈ ਕਿ ਭਾਈ ਦਿੱਤ ਸਿੰਘ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਇੱਕ ਜ਼ਿੰਦਾ ਸ਼ਹੀਦ ਵਾਂਗ ਗੁਜ਼ਾਰੀ। ਸਿਰ ਦੇ ਉੱਤੇ ਤੁਸੀਂ ਜਦੋਂ ਅਸੀਂ ਕਹਿੰਦੇ ਕਫਨ ਬੰਨ੍ਹ ਕੇ ਜੰਗ ਦੇ ਮੈਦਾਨ 'ਚ ਉਤਰਨਾ, ਇੱਕ ਜੰਗ ਦਾ ਮੈਦਾਨ ਜ਼ਾਹਰ ਹੈ ਕਿ ਜਾਂ ਜਿੱਤ ਹੈ ਜਾਂ ਸ਼ਹਾਦਤ ਹੈ, ਇੱਕ ਤੁਹਾਡਾ ਇਹ ਕਰਮ ਦਾ ਪੇੜ ਹੈ ਜਿੱਥੇ ਤੁਸੀਂ ਜ਼ਿੰਦਗੀ ਨੂੰ ਸਮਰਪਿਤ ਕਰਦੇ ਹੋ ਕਿਸੇ ਕਾਜ਼ ਲਈ। ਕਿਹਨਾਂ ਬੇਇੱਜ਼ਤੀਆਂ ਚੋਂ ਲੰਘਦੇ ਹੋ, ਕਿਹਨਾਂ ਤੰਗ ਦਸਤੀਆਂ ਚੋਂ ਲੰਘਦੇ ਹੋ, ਕਿਸ ਕਿਸਮ ਦੇ ਕ੍ਰਿਟਿਸਿਜ਼ਮ ਚੋਂ ਲੰਘਦੇ ਹੋ, ਫਿਰ ਵੀ ਜੇ ਤੁਹਾਡੇ ਅੰਦਰ ਉਹ ਜਜ਼ਬਾ ਕਾਇਮ ਹੈ ਤੇ ਫਿਰ ਉਹ ਵੀ ਜ਼ਿੰਦਗੀ ਨੂੰ ਗੁਰੂ ਦੇ ਅੱਗੇ ਸਮਰਪਿਤ ਕਰਕੇ ਇੱਕ ਹੰਬਲ ਸਿੱਖ ਵਾਂਗ ਉਹਨਾਂ ਦਾ ਜਿਉਣਾ। ਔਰ ਸ਼ਹੀਦ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਬਾਰੇ ਕੋਈ ਬਹੁਤਾ ਕਹਿਣ ਦੀ ਲੋੜ ਨਹੀਂ ਹੈ, ਮੈਂ ਸਮਝਦਾ ਜਿਵੇਂ ਸ਼ੁਰੂ ਦੇ ਵਿੱਚ ਹੀ ਕਿਹਾ ਕਿ ਜਿਨ੍ਹਾਂ ਨੇ ਔਰ ਉਹਨਾਂ ਦੀ ਬੇਟੀ ਨਵਕਿਰਨ ਕੌਰ, ਮੈਂ ਜਦੋਂ ਪਹਿਲੀ ਵਾਰ ਉਹਨਾਂ ਨੂੰ ਗੁਰਦੁਆਰਾ ਸਟਾਕਟਨ ਕੈਲੀਫੋਰਨੀਆ ਦੀ ਸਟੇਜ ਤੋਂ ਸੁਣਿਆ ਤੇ ਇੱਕ ਜੁਮਲਾ ਜਿਹੜਾ ਹਰ ਇੱਕ ਦੇ ਜ਼ਿਹਨ ਦੇ ਉੱਤੇ ਹੀ ਉਕਰਿਆ ਹੋਇਆ, ਉਹਨਾਂ ਨੇ ਕਿਹਾ ਕਿ ਵੀ ਮੇਰੇ ਪਿਤਾ ਜੀ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ, ਇਹੀ ਮੇਰੇ ਪਿਤਾ ਦੀ ਪਛਾਣ ਹੈ। ਸੋ ਮੈਂ ਸਮਝਦਾ ਵੀ ਇਸ ਤੋਂ ਮੁਕਤਸਰ ਅੰਦਾਜ਼ ਦੇ ਵਿੱਚ ਕੋਈ ਹੋਰ ਗੱਲ ਕਹੀ ਨਹੀਂ ਜਾ ਸਕਦੀ। ਸ਼ਹੀਦ ਜਸਵੰਤ ਸਿੰਘ ਖਾਲੜਾ ਕਿਵੇਂ ਉਹਨਾਂ ਨੇ 3 ਸ਼ਮਸ਼ਾਨ ਘਾਟਾਂ ਦਾ, ਉਹ ਦੁਰਗਿਆਣਾ ਮੰਦਰ ਵਾਲਾ ਔਰ ਪੱਟੀ ਤਰਨ ਤਾਰਨ, ਔਰ ਕਿਵੇਂ ਉਹਨਾਂ ਨੇ 1992 ਤੋਂ 1994-95 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ, ਮਾਤਾਵਾਂ ਨੂੰ ਜਿਹੜੇ ਯੋਧੇ ਖਾਲਿਸਤਾਨ ਦੇ ਸਨ ਉਹਨਾਂ ਨੂੰ ਘਰਾਂ ਤੋਂ ਚੁੱਕ ਕੇ ਮਾਰਿਆ ਕੋ ਕੇ, ਔਰ ਇਹ ਕਹਿ ਕੇ ਕਿ ਵੀ ਅਨਆਇਡੈਂਟੀਫਾਈਡ ਹੈ, ਉਹਨਾਂ ਦੀਆਂ ਮਾਸ ਕ੍ਰੀਮੇਸ਼ਨਸ ਕੀਤੀਆਂ। ਉਹਨਾਂ ਨੇ ਇਸ ਦੇ ਉੱਤੇ ਕਿਵੇਂ ਬਹੁਤ ਗਹਿਰਾਈ ਨਾਲ ਕੰਮ ਕੀਤਾ। ਨਤੀਜੇ ਦੇ ਤੌਰ ਤੇ ਜਦੋਂ ਸੱਚ ਉਹਨਾਂ ਨੇ ਸਾਹਮਣੇ ਲਿਆਂਦਾ ਉਹ ਕੈਨੇਡਾ ਆਏ, ਔਰ ਮੇਰੇ ਲਈ ਤਾਂ ਹਮੇਸ਼ਾ ਹੀ ਗੁਰਦੁਆਰਾ ਡਿਕਸੀ ਦੀ ਉਹ ਸਟੇਜ ਜਿਹੜੀ ਉਸ ਵੇਲੇ ਅਣਖੀਲਾ ਪੰਜਾਬ ਰੇਡੀਓ ਪ੍ਰੋਗਰਾਮ, ਟੀਵੀ ਪ੍ਰੋਗਰਾਮ ਦੇ ਫਾਊਂਡਰ ਸਰ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਅੱਜ ਕੱਲ੍ਹ ਹਸਪੀਟਲਾਈਜ਼ਡ ਨੇ, ਉਹਨਾਂ ਨੇ ਜਿਹੜਾ ਉਹਨਾਂ ਦਾ ਬੋਨ ਮੈਰੋ ਟ੍ਰਾਂਸਪਲਾਂਟ ਹੋਇਆ, ਔਰ ਮੈਂ ਹਮੇਸ਼ਾ ਹੀ ਇਹ ਸਮਝਦਾ ਹਾਂ ਕਿ ਉਹਨਾਂ ਨੇ ਹੀ ਸਰ ਜਸਵੰਤ ਸਿੰਘ ਖਾਲੜਾ ਨੂੰ ਵੀ ਇਨਵਾਈਟ ਕੀਤਾ ਹੋਇਆ ਸੀ। ਮੈਂ ਵੀ ਅਮਰੀਕਾ ਤੋਂ ਸੀ, ਅਸੀਂ ਕੋਈ ਪਲੇਟਫਾਰਮ ਤੋਂ ਸਾਂਝੀ ਵੀ ਕੀਤੀ ਆਪਸੀ ਵਿਚਾਰ, ਔਰ ਉਹਨਾਂ ਦੀ ਉਹ ਸਪੀਚ ਜਿਹੜੀ ਉਹਨਾਂ ਨੇ ਉਸ ਡਿਕਸੀ ਗੁਰੂ ਘਰ ਦੇ ਉਸ ਸਟੇਜ ਤੋਂ ਦਿੱਤੀ, ਅੱਜ ਇਤਿਹਾਸਕ ਸਪੀਚ ਹੈ। ਉਹਦੀ ਅੰਗਰੇਜ਼ੀ ਦੇ ਵਿੱਚ ਟ੍ਰਾਂਸਲੇਸ਼ਨ ਹੈ,
ਥਾਂ ਥਾਂ ਤੇ ਜਿਹੜਾ ਹੈ ਉਸ ਦਾ ਜ਼ਿਕਰ ਹੈ। ਔਰ ਮੇਰੇ ਲਈ ਕਿਉਂਕਿ ਜਦੋਂ ਕਿਸੇ ਇਸ ਕਿਸਮ ਦੇ ਮਹਾਂਪੁਰਖ ਦੇ ਮੂੰਹੋਂ ਲਫ਼ਜ਼ ਨਿਕਲਣ, ਕਿਉਂਕਿ ਉਸ ਸਟੇਜ ਦੇ ਉੱਤੇ ਕੁਛ ਇਸ ਕਿਸਮ ਦੇ ਲੋਕ ਵੀ ਸੀ ਜਿਨ੍ਹਾਂ ਨੇ ਧਮਕੀ ਦਿੱਤੀ ਹੋਈ ਸੀ, ਕਿਉਂਕਿ ਮੇਰੇ ਵਿਰੋਧ ਉਹਨਾਂ ਦਿਨਾਂ 'ਚ ਹੁੰਦਾ ਸੀ 1995 ਤੋਂ। ਇਹ ਪਹਿਲਾਂ 2-3 ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਕੈਨੇਡਾ ਆਏ ਕਿ ਜੀ ਇਹ ਸੰਤ ਪਿੰਡਾਂ ਵਾਲਿਆਂ ਨੂੰ ਸ਼ਹੀਦ ਕਿਉਂ ਕਹਿੰਦੇ ਨੇ। ਉਦੋਂ ਇੱਕ ਸਨ ਜਿਹੜੇ ਇਹ ਕਹਿੰਦੇ ਸੀ ਨਹੀਂ ਉਹ ਚੜ੍ਹਦੀ ਕਲਾ 'ਚ ਨੇ, ਉਹਨਾਂ ਨੇ ਧਮਕੀ ਦਿੱਤੀ ਸੀ ਕਿ ਜੇ ਉਹਨਾਂ ਨੂੰ ਬੋਲਣ ਦਿੱਤਾ ਅਸੀਂ ਸਟੇਜ ਖੋਲਾਂਗੇ, ਮਾਈਕ ਖੋਲਾਂਗੇ। ਔਰ ਕਿਉਂਕਿ ਖਾਲੜਾ ਸਾਹਿਬ ਮੈਂ ਪਹਿਲਾਂ ਐਡਰੈਸ ਕੀਤਾ, ਬਾਅਦ 'ਚ ਖਾਲੜਾ ਸਾਹਿਬ ਨੇ ਉਹਨਾਂ ਨੇ ਉਸ ਸਪੀਚ, ਹਾਲਾਂਕਿ ਮੈਂ ਹੁਣ ਉਹਦੀ ਵਰਜਨ ਦੇਖਦਾ ਤੇ ਕਾਫੀ ਐਡਿਟ ਕੀਤਾ ਹੋਇਆ ਹੈ, ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਉੱਥੇ ਉਹ ਆਵਾਜ਼ ਜਿਹੜੀ ਵੀ ਸੱਚ ਹੱਕ ਇਨਸਾਫ ਦੀ ਆਵਾਜ਼ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਨਾਂ ਨੇ ਕਿਹਾ ਇੱਥੇ ਵੀ ਜਿਵੇਂ ਡਾਕਟਰ ਅਮਰਜੀਤ ਸਿੰਘ ਉਹਨਾਂ ਦੇ ਬੋਲਣ ਦੇ ਉੱਤੇ ਜਿਹੜਾ ਰੁਕਾਵਟ ਲਾਉਣ ਦੇ ਲਈ ਅਟੈਂਪਟ ਨੇ, ਇਹ ਹਕੂਮਤੀ ਜਿਹੜੇ ਨੇ ਉੱਥੇ ਹੋਣ ਇੱਥੇ ਹੋਣ, ਉਹ ਸੱਚ ਹੱਕ ਇਨਸਾਫ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ। ਸੋ ਮੇਰੇ ਲਈ ਕਿਉਂਕਿ ਅਸੀਂ ਤਾਂ ਇੱਥੇ ਬੈਠ ਕੇ ਜਿੱਥੇ ਸਾਨੂੰ ਆਜ਼ਾਦੀ ਨਾਲ ਗੱਲ ਕਰਨ ਦਾ ਹਕੂਕ ਹੈ, ਪਰ ਉੱਥੇ ਜਿਵੇਂ ਸਰ ਜਸਵੰਤ ਸਿੰਘ ਖਾਲੜਾ ਨੇ ਕੰਮ ਕੀਤਾ, ਉਹ ਕੈਨੇਡਾ ਉਹਨਾਂ ਦਾ ਇੱਕ ਭਰਾਤਾ ਇੰਗਲੈਂਡ ਦੇ ਵਿੱਚ ਸਨ, ਉਹਨਾਂ ਦੇ ਕੋਲ ਓਪਰਚੁਨਿਟੀ ਸੀ, ਉਹ ਇੰਗਲੈਂਡ 'ਚ ਵੀ ਸੈਟਲ ਹੋ ਸਕਦੇ ਸੀ। ਇੱਥੇ ਆ ਕੇ ਉਹਨਾਂ ਨੇ ਜਿਹੜਾ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਔਰ ਐਮਪੀਜ਼ ਦੇ ਸਾਹਮਣੇ ਉਹ ਅਣਪਛਾਤੀਆਂ ਲਾਸ਼ਾਂ ਦਾ ਜਿਹੜਾ ਸਾਰਾ ਹਿਸਾਬ ਹੈ, ਔਰ ਉਹਨਾਂ ਨੇ ਕਿਹਾ ਕਿ ਮੈਨੂੰ ਉੱਥੋਂ ਦਾ ਐਸਐਸਪੀ ਅਜੀਤ ਸੰਧੂ ਕਹਿੰਦਾ ਕਿ ਤੂੰ 25,000 ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰਦੇ, ਜੇ 25,000 ਇੱਕ ਵੀ ਬਣ ਗਈ ਤਾਂ ਕੋਈ ਫਰਕ ਨਹੀਂ ਪਏਗਾ। ਲੇਕਿਨ ਉਹਨਾਂ ਨੇ ਫਿਰ ਸ਼ਹਾਦਤ ਦਾ ਸੰਕਲਪ ਦਿੱਤਾ ਕਿ ਸ਼ਹਾਦਤ ਕਿੰਨੀ ਵੱਡੀ ਦੇਣ ਹੁੰਦੀ ਹੈ, ਗੁਰੂ ਅੱਗੇ ਅਰਦਾਸ ਹੈ ਕਿ ਸਤਿਗੁਰੂ ਇਹ ਦੇਣ, ਔਰ ਸੱਚਮੁੱਚ ਉਹਨਾਂ ਨੇ ਉਹ ਸ਼ਹਾਦਤ ਲਈ। ਔਰ ਉਹਨਾਂ ਦੀ ਯਾਦ ਦੇ ਵਿੱਚ ਅੱਜ ਅੰਮ੍ਰਿਤਸਰ ਦੇ ਵਿੱਚ ਔਰ ਇੱਕ ਗੱਲ ਦਾ ਧਿਆਨ ਰਹੇ, ਬਹੁਤ ਵਾਰ ਕੋਈ ਮੂਵਮੈਂਟ ਕਿਸੇ ਬੰਦੇ ਨਾਲ ਹੁੰਦੀ ਹੈ, ਉਸ ਤੇ ਜਾਣ ਤੋਂ ਬਾਅਦ ਖਤਮ ਹੋ ਜਾਂਦੇ, ਪਰ ਉਹਨਾਂ ਦੀ ਸਿੰਘਣੀ ਬੀਬੀ ਪਰਮਜੀਤ ਕੌਰ ਖਾਲੜਾ ਜਿਨ੍ਹਾਂ ਨੇ ਦੋਵੇਂ ਬੱਚਿਆਂ ਨੂੰ ਪਾਲਿਆ, ਉਹਨਾਂ ਦਾ ਬੇਟਾ ਕੈਨੇਡਾ 'ਚ ਹੈ, ਬੇਟੀ ਨਵਕਿਰਨ ਕੌਰ ਕੈਲੀਫੋਰਨੀਆ 'ਚ ਨੇ, ਔਰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਬਣਾ ਕੇ ਉਹਨਾਂ ਨੇ ਆਪਣੇ ਪਤੀ ਦੇ ਕੰਮ ਨੂੰ ਅੱਗੇ ਤੋਰਿਆ। ਔਰ ਉਹ ਲਗਾਤਾਰਤਾ ਨਾਲ ਹਰ ਸਾਲ 6 ਸਤੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਵੱਡਾ ਸਮਾਗਮ ਹੁੰਦਾ ਹੈ, ਦਰਸ਼ਕ ਪਿਕਚਰ ਵੀ ਦੇਖ ਸਕਦੇ ਨੇ। ਉਹਨਾਂ ਦਾ 26ਵਾਂ ਜਿਹੜਾ ਸ਼ਹੀਦੀ ਦਿਹਾੜਾ ਹੈ ਉਹ ਅੰਮ੍ਰਿਤਸਰ ਦੇ ਵਿੱਚ ਮਨਾਇਆ ਗਿਆ, ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਹ ਸ਼ਹੀਦੀ ਦੇ ਉੱਤੇ ਤਾਂ ਗੱਲਬਾਤ ਹੁੰਦੀ ਹੈ, ਪਰ ਇਸ ਦੇ ਵਿੱਚ ਜਿਹੜਾ ਉਹਨਾਂ ਨੇ ਖਾਸ ਤੌਰ ਤੇ 7 ਮਤੇ ਰੈਜ਼ੋਲੂਸ਼ਨਸ ਵੀ ਪਾਸ ਕੀਤੇ, ਜਿਹਦੇ 'ਚ ਉਹਨਾਂ ਨੇ ਜਿੱਥੇ ਜਿਹੜੇ ਹਜ਼ਾਰਾਂ ਸਿੱਖ ਨੌਜਵਾਨ, ਬੀਬੀਆਂ, ਬੱਚੇ, ਬਜ਼ੁਰਗ ਉਸ ਦੌਰ ਦੇ ਵਿੱਚ ਸ਼ਹੀਦ ਕੀਤੇ ਗਏ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਔਰ ਉਹਨਾਂ ਨੇ ਮੰਗ ਕੀਤੀ ਕਿ ਉਹਨਾਂ ਸਾਰਿਆਂ ਦੀਆਂ ਪਿਕਚਰਸ ਔਰ ਧਰਮਯੁੱਧ ਮੋਰਚੇ ਦੌਰਾਨ ਸ਼ਹੀਦ ਹੋਏ ਸਾਰੇ ਸਿੰਘਾਂ ਸਿੰਘਣੀਆਂ ਦੀਆਂ ਤਸਵੀਰਾਂ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਲਾਈਆਂ ਜਾਣ। ਫਿਰ ਉਹਨਾਂ ਨੇ ਸਾਰੀਆਂ ਹੀ ਧਿਰਾਂ, ਕਾਂਗਰਸ, ਬੀਜੇਪੀ, ਆਰਐਸਐਸ, ਬਾਦਲ ਕੇ, ਕੇਜਰੀਵਾਲ ਕੇ, ਕੈਪਟਨ ਕੇ, ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚੋਂ ਸਿੱਖੀ ਤੇ ਸਿੱਖਾਂ ਨੂੰ ਹੀ ਨਹੀਂ ਸਗੋਂ ਕਿਸਾਨਾਂ, ਗਰੀਬਾਂ ਨੂੰ ਮਨਫੀ ਕਰਨਾ ਚਾਹੁੰਦੀਆਂ ਨੇ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਡੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਜਿਹੜੀ ਸਰਬੱਤ ਦੇ ਭਲੇ ਦੀ ਹੈ, ਦੱਬਿਆਂ ਕੁਚਲਿਆਂ, ਨਿਮਾਣਿਆਂ ਨਿਤਾਣਿਆਂ ਦੀ ਬਾਹ ਫੜਨ ਤੇ ਗਰੀਬਾਂ ਨੂੰ ਪਾਤਸ਼ਾਹੀ ਬਖਸ਼ਣ ਦੀ ਹੈ, ਇਹ ਇਹਨਾਂ ਦੇ ਢਿੱਡੀ ਪੀੜੀ ਪਾ ਰਹੀ ਹੈ। ਇਹ ਜਿਹੜਾ ਸਿੱਖੀ ਦਾ ਬੋਲਬਾਲਾ ਨਹੀਂ ਚਾਹੁੰਦੇ, ਔਰ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਉਣਾ, ਖੇਤੀ ਸੰਬੰਧੀ ਕਾਲੇ ਕਾਨੂੰਨ ਬਣਾਉਣਾ। ਇਸੇ ਤਰ੍ਹਾਂ ਉਹਨਾਂ ਨੇ ਕਿਸਾਨ ਮੋਰਚੇ ਦੀ ਹਮਾਇਤ ਕੀਤੀ, ਔਰ ਉਹਨਾਂ ਨੇ ਕਿਹਾ ਵੀ ਆ ਜਿੰਨੇ ਕਰਪਟ ਚੋਰ ਲੋਕ ਨੇ, ਬਾਦਲ ਦਲੀਏ, ਅਮਰਿੰਦਰ ਔਰ ਦੂਜੇ, ਇਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਇਹਨਾਂ ਨੇ ਪਾਪਾਂ ਨਾਲ ਇਕੱਠੀਆਂ ਕੀਤੀਆਂ, ਇਸ ਦੀ ਪੂਰੀ ਪੜਤਾਲ ਕਰਵਾਈ ਜਾਏ। ਔਰ ਨਾਲ ਕਿਹਾ ਉਹਨਾਂ ਨੇ ਕਿ ਸੁੰਦਰੀਕਰਨ, ਬਿਊਟੀਫਿਕੇਸ਼ਨ ਦੇ ਨਾਂ ਥੱਲੇ ਜੋ ਕੁਝ ਜਿਹੜਾ ਹੈ ਦਰਬਾਰ ਸਾਹਿਬ ਦੇ ਅੰਦਰ ਔਰ ਬਾਹਰ ਔਰ ਜਲਿਆਂਵਾਲੇ ਬਾਗ ਦੇ ਥੱਲੇ ਜੋ ਕੀਤਾ ਜਾ ਰਿਹਾ, ਇਤਿਹਾਸ ਦਾ ਖੁਰਾ ਖੋਜ ਮਿਟਾਉਣ ਦੀ ਗੱਲ ਹੈ। ਔਰ ਅਖੀਰ 'ਚ ਉਹਨਾਂ ਨੇ ਜਿੱਥੇ ਉਹਨਾਂ ਨੇ ਵਿਦਿਅਕ ਸਿਸਟਮ ਦੀ ਗੱਲ ਕੀਤੀ ਕਿ ਐਜੂਕੇਸ਼ਨ ਸਿਸਟਮ ਜਿਹੜਾ ਹੈ ਇਹ ਬਿਲਕੁਲ ਸਾਨੂੰ ਮਾਨਸਿਕ ਰੋਗੀ ਬਣਾ ਰਿਹਾ ਹੈ, ਜ਼ਿਹਨੀ ਤੌਰ ਤੇ ਬਿਮਾਰ ਬਣਾ ਰਿਹਾ ਹੈ। ਇਹ ਸਾਰਾ ਜਿਹੜਾ ਪੈਸੇ ਦੇ ਜ਼ੋਰ ਦੇ ਨਾਲ ਇਹ ਸਿਰਫ ਤੇ ਸਿਰਫ ਸਵਾਰਥ, ਸੈਲਫ ਇੰਟਰਸਟ ਸਿਖਾਉਂਦਾ ਹੈ, ਔਰ ਅਸੀਂ ਇਸ ਸਾਰੇ ਚੋਂ ਨਿਕਲੀਏ। ਸੋ ਮੈਂ ਘੜੀ ਵੱਲ ਦੇਖ ਰਿਹਾ, ਮੈਂ ਜਿਹੜਾ ਇਸ਼ੂ ਡਿਸਕਸ ਕਰਨਾ ਚਾਹੁੰਦਾ
ਉਸ ਨੂੰ ਮੈਂ ਅਗਲੇ ਸੈਗਮੈਂਟ ਦੇ ਵਿੱਚ ਹੁਣ ਕਰਾਂਗਾ। ਅੱਛਾ ਔਰ ਅੱਜ ਦਾ ਇਹ ਪ੍ਰੋਗਰਾਮ ਅਸੀਂ ਇਹਨਾਂ ਦੋਨਾਂ ਹੀ ਮਹਾਨ ਸ਼ਖਸੀਅਤਾਂ ਨੂੰ ਸਮਰਪਿਤ ਕਰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।